ਤੁਸੀਂ ਸੁਣ ਰਹੇ ਹੋ ਬਾਤਾਂ ਦੇਸ਼ ਵਿਦੇਸ਼ ਦੀਆਂ ਵਿੱਚੋਂ ਅਗਲੀ ਬਾਤ। ਮੱਥੇ ਉੱਤੇ ਚੰਨ ਤੇ ਠੋਡੀ ਉੱਤੇ ਤਾਰਾ। ਇੱਕ ਕਿਸਾਨ ਦੀਆਂ 7 ਧੀਆਂ ਸਨ। ਉਹ ਅਕਸਰ ਇੱਕ ਰਾਜੇ ਦੇ ਬਾਗ ਵਿੱਚ ਇੱਕ ਸ਼ਾਨਦਾਰ ਰੁੱਖ ਦੇ ਹੇਠਾਂ ਉਸ ਬਾਗ ਦੇ ਮਾਲੀ ਦੀ ਧੀ ਨਾਲ ਖੇਡਣ ਆਉਂਦੀਆਂ ਹੁੰਦੀਆਂ ਸਨ। ਮਾਲੀ ਦੀ ਧੀ ਆਪਣੀਆਂ 7 ਸਹੇਲੀਆਂ ਨੂੰ ਰੋਜ਼ ਆਖਦੀ ਹੁੰਦੀ ਸੀ, ਜਦੋਂ ਮੈਂ ਵਿਆਹੀ ਗਈ ਤਾਂ ਤੁਸੀਂ ਵੇਖਿਓ ਮੇਰੇ ਘਰ ਪਹਿਲਾ ਕਾਕਾ ਹੀ ਹੋਵੇਗਾ। ਉਸ ਕਾਕੇ ਦੇ ਮੱਥੇ ਉੱਤੇ ਚੰਨ ਤੇ ਠੋਡੀ ਉੱਤੇ ਤਾਰਾ ਬਣਿਆ ਹੋਇਆ ਹੋਵੇਗਾ। ਉਸ ਦੀ ਗੱਲ ਸੁਣ ਕੇ ਉਸ ਦੀਆਂ 7 ਸਹੇਲੀਆਂ ਖਿੜਖਿੜਾ ਕੇ ਹੱਸ ਪੈਂਦੀਆਂ ਤੇ ਉਸ ਦਾ ਮਜ਼ਾਕ ਉਡਾਉਂਦੀਆਂ। ਇੱਕ ਦਿਨ ਰਾਜੇ ਨੇ ਕਿਤੇ ਉਸ ਨੂੰ ਇਹ ਗੱਲ ਕਹਿੰਦਿਆਂ ਸੁਣ ਲਿਆ। ਰਾਜੇ ਨੇ ਆਪਣੇ ਆਪ ਵਿੱਚ ਸੋਚਿਆ ਕਿ ਕਿੰਨਾ ਚੰਗਾ ਹੋਵੇ ਜੇ ਕਿਤੇ ਇਸ ਤਰ੍ਹਾਂ ਦਾ ਪੁੱਤਰ ਉਹਦੇ ਘਰ ਜਨਮ ਲੈ ਲਵੇ। ਵੈਸੇ ਵੀ ਉਸ ਰਾਜੇ ਦੀਆਂ ਭਾਵੇਂ 4 ਰਾਣੀਆਂ ਸਨ, ਪਰ ਉਹਨਾਂ ਚੋਂ ਕਿਸੇ ਇੱਕ ਕੋਲੋਂ ਵੀ ਔਲਾਦ ਦਾ ਸੁੱਖ ਹਾਲੇ ਤੱਕ ਉਸ ਨੂੰ ਨਸੀਬ ਨਹੀਂ ਸੀ ਹੋਇਆ। ਉਹ ਸਿੱਧਾ ਮਾਲੀ ਕੋਲ ਗਿਆ ਅਤੇ ਉਸ ਨੂੰ ਜਾ ਕੇ ਕਿਹਾ ਕਿ ਉਹ ਉਸ ਦੀ ਧੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਇਹ ਸੁਣ ਕੇ ਮਾਲੀ ਅਤੇ ਮਾਲਣ ਨੂੰ ਤਾਂ ਚਾਅ ਚੜ੍ਹ ਗਿਆ। ਉਹਨਾਂ ਨੇ ਸੋਚਿਆ ਕਿ ਉਹਨਾਂ ਦੀ ਧੀ ਲਈ ਇਸ ਤੋਂ ਵੱਧ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਹੈ। ਰਾਜੇ ਨਾਲ ਵਿਆਹੀ ਗਈ ਤਾਂ ਉਹ ਰਾਣੀ ਬਣ ਜਾਵੇਗੀ। ਉਹਨਾਂ ਨੇ ਝਟਪਟ ਰਾਜੇ ਨੂੰ ਧੀ ਦੇ ਰਿਸ਼ਤੇ ਲਈ ਹਾਂ ਕਰ ਦਿੱਤੀ। ਆਪਣੇ ਦੋਸਤਾਂ, ਮਿੱਤਰਾਂ ਅਤੇ ਸਾਕ ਸੰਬੰਧੀਆਂ ਨੂੰ ਵਿਆਹ ਦਾ ਸੱਦਾ ਘੱਲ ਦਿੱਤਾ। ਮਾਲੀ ਨੂੰ ਵੀ ਵਧੀਆ ਢੰਗ ਨਾਲ ਵਿਆਹ ਕਰਨ ਲਈ ਕਾਫੀ ਧਨ ਦੇ ਦਿੱਤਾ। ਫਿਰ ਬੜੀ ਹੀ ਧੂਮ-ਧਾਮ ਅਤੇ ਸ਼ਾਨੋ ਸ਼ੌਕਤ ਨਾਲ ਮਾਲੀ ਦੀ ਧੀ ਦਾ ਰਾਜੇ ਨਾਲ ਵਿਆਹ ਹੋ ਗਿਆ। 1 ਸਾਲ ਪਿੱਛੋਂ ਉਹ ਦਿਨ ਵੀ ਨੇੜੇ ਆ ਗਿਆ ਜਿਸ ਦਿਨ ਨਵੀਂ ਰਾਣੀ ਦੇ ਘਰ ਬੱਚੇ ਨੇ ਜਨਮ ਲੈਣਾ ਸੀ। ਰਾਜੇ ਦੀਆਂ ਪਹਿਲੀਆਂ 4 ਰਾਣੀਆਂ ਵੀ 5ਵੀਂ ਰਾਣੀ ਦੀ ਖਬਰਸਾਰ ਲੈਣ ਆਉਂਦੀਆਂ ਰਹੀਆਂ। ਇੱਕ ਦਿਨ ਉਹਨਾਂ ਨੇ ਆਪਸ ਵਿੱਚ ਸਲਾਹ ਕਰਕੇ ਛੋਟੀ ਰਾਣੀ ਨੂੰ ਕਿਹਾ, ਰਾਜਾ ਰੋਜ਼ ਸ਼ਿਕਾਰ ਖੇਡਣ ਜਾਂਦਾ ਹੈ ਅਤੇ ਤੇਰੇ ਕੋਲ ਬੱਚਾ ਆਉਣ ਵਾਲਾ ਹੈ। ਹੁਣ ਮੰਨ ਲਓ ਕਿ ਰਾਜਾ ਸ਼ਿਕਾਰ ਤੇ ਗਿਆ ਹੋਇਆ ਹੋਵੇ, ਤੂੰ ਘਰ ਵਿੱਚ ਇਕੱਲੀ ਹੋਵੇਂ, ਤੈਨੂੰ ਜਨਮ ਪੀੜਾਂ ਸ਼ੁਰੂ ਹੋ ਜਾਣ ਤਾਂ ਤੂੰ ਕੀ ਕਰੇਂਗੀ? ਇਹ ਗੱਲ ਸੋਚ ਕੇ ਨਿੱਕੀ ਰਾਣੀ ਸੋਚੀ ਪੈ ਗਈ। ਜਦੋਂ ਰਾਜਾ ਸ਼ਿਕਾਰ ਤੋਂ ਵਾਪਸ ਆਇਆ ਤਾਂ ਨਿੱਕੀ ਰਾਣੀ ਨੇ ਰਾਜੇ ਨੂੰ ਕਿਹਾ, ਤੁਸੀਂ ਜੀ ਰੋਜ਼ ਸ਼ਿਕਾਰ ਤੇ ਚਲੇ ਜਾਂਦੇ ਹੋ। ਜੇ ਮੈਂ ਤੁਹਾਡੇ ਪਿੱਛੋਂ ਅਚਾਨਕ ਬਿਮਾਰ ਹੋ ਗਈ ਜਾਂ ਜੇ ਮੈਨੂੰ ਤੁਹਾਡੀ ਲੋੜ ਪੈ ਗਈ ਤਾਂ ਮੈਂ ਵਿਚਾਰੀ ਕੀ ਕਰਾਂਗੀ? ਰਾਜੇ ਨੇ ਉਸਨੂੰ ਇੱਕ ਨਗਾਰਾ ਦਿੱਤਾ, ਜਿਹੜਾ ਕਿ ਉਸਨੇ ਉਸਦੇ ਬੂਹੇ ਲਾਗੇ ਰੱਖ ਦਿੱਤਾ ਅਤੇ ਕਿਹਾ, ਜਦੋਂ ਵੀ ਕਦੇ ਤੈਨੂੰ ਲੋੜ ਪਵੇ ਤਾਂ ਇਹ ਨਗਾਰਾ ਵਜਾਵੀਂ ਤੇ ਮੈਂ ਭਾਵੇਂ ਕਿੰਨੀ ਵੀ ਦੂਰ ਹੋਵਾਂ, ਪਲਕ ਝਪਕਦੇ ਹੀ ਤੇਰੇ ਕੋਲ ਪਹੁੰਚ ਜਾਵਾਂਗਾ। ਅਗਲੇ ਦਿਨ ਜਦੋਂ ਰਾਜਾ ਸ਼ਿਕਾਰ ਤੇ ਚਲਿਆ ਗਿਆ ਤਾਂ ਉਸ ਦੀਆਂ ਪਹਿਲੀਆਂ 4 ਰਾਣੀਆਂ ਛੋਟੀ ਰਾਣੀ ਕੋਲ ਆਈਆਂ। ਛੋਟੀ ਰਾਣੀ ਨੇ ਨਗਾਰੇ ਵਾਲੀ ਸਾਰੀ ਗੱਲ ਉਹਨਾਂ ਨੂੰ ਦੱਸੀ। ਉਸ ਦੀ ਗੱਲ ਸੁਣ ਕੇ ਕਹਿਣ ਲੱਗੀਆਂ, ਅੱਛਾ ਇਹ ਗੱਲ ਹੈ, ਵਜਾ ਖਾ ਭਲਾ ਨਗਾਰਾ, ਵੇਖ ਤਾਂ ਸਹੀ ਰਾਜਾ ਆਉਂਦਾ ਵੀ ਹੈ ਕਿ ਨਹੀਂ। ਨਹੀਂ ਨਹੀਂ ਭੈਣੋ, ਬਿਨਾਂ ਲੋੜ ਤੋਂ ਨਗਾਰਾ ਵਜਾ ਕੇ ਮੈਂ ਰਾਜਾ ਜੀ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ। ਖਾਮਖਾ ਮੇਰੇ ਲਈ ਕੰਮ ਛੱਡ ਕੇ ਭੱਜੇ ਆਉਣਗੇ। ਨਿੱਕੀ ਰਾਣੀ ਨੇ ਕਿਹਾ, ਲੈ ਦੱਸ ਫਿਰ ਕੀ ਹੋਇਆ ਜੇ ਉਹਨਾਂ ਨੂੰ ਤੇਰੇ ਲਈ ਆਉਣਾ ਵੀ ਪੈ ਗਿਆ? ਤੂੰ ਵਜਾ ਤਾਂ ਸਹੀ, ਸਾਨੂੰ ਖੁਸ਼ ਕਰਨ ਲਈ ਹੀ ਸਹੀ। ਰਾਣੀਆਂ ਨੇ ਜਿੱਦ ਕੀਤੀ। ਸੋ ਆਖਰ ਵੱਡੀਆਂ ਨੂੰ ਖੁਸ਼ ਕਰਨ ਲਈ ਨਿੱਕੀ ਨੂੰ ਨਗਾਰਾ ਵਜਾਉਣਾ ਹੀ ਪਿਆ। ਨਗਾਰਾ ਵਜਾਉਣ ਦੀ ਦੇਰ ਹੀ ਸੀ, ਰਾਜਾ ਹਾਜ਼ਰ ਹੋ ਗਿਆ। ਨਿੱਕੀ ਰਾਣੀ ਨੂੰ ਰਾਜੀ ਖੁਸ਼ੀ ਵੇਖ ਕੇ ਰਾਜੇ ਨੇ ਪੁੱਛਿਆ, ਤੂੰ ਖਾਮਖਾ ਮੈਨੂੰ ਕਿਉਂ ਬੁਲਾਇਆ? ਵੇਖ ਮੈਂ ਆਪਣਾ ਸ਼ਿਕਾਰ ਵਿੱਚ ਹੀ ਛੱਡ ਕੇ ਭੱਜਾ ਆਇਆ, ਤੈਨੂੰ ਕੁਝ ਚਾਹੀਦਾ ਏ? ਰਾਜੇ ਨੇ ਕਿਹਾ, ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਤਾਂ ਬਸ ਇਹੀ ਵੇਖਣਾ ਚਾਹੁੰਦੀ ਸਾਂ ਕਿ ਸੱਚੀ ਤੁਸੀਂ ਮੇਰੇ ਨਗਾਰੇ ਦੀ ਚੋਟ ਸੁਣ ਕੇ ਆ ਜਾਓਗੇ। ਨਿੱਕੀ ਰਾਣੀ ਨੇ ਕਿਹਾ, ਚੱਲ ਕੋਈ ਗੱਲ ਨਹੀਂ, ਪਰ ਅੱਗੇ ਤੋਂ ਉਦੋਂ ਹੀ ਨਗਾਰਾ ਵਜਾਈ ਜਦੋਂ ਤੈਨੂੰ ਸੱਚਮੁੱਚ ਹੀ ਮੇਰੀ ਲੋੜ ਹੋਵੇ। ਇੰਨਾ ਆਖ ਕੇ ਰਾਜਾ ਫਿਰ ਸ਼ਿਕਾਰ ਤੇ ਵਾਪਸ ਚਲਿਆ ਗਿਆ। ਅਗਲੇ ਦਿਨ ਫਿਰ ਜਦੋਂ ਰਾਜਾ ਸ਼ਿਕਾਰ ਲਈ ਗਿਆ ਤਾਂ 4 ਰਾਣੀਆਂ ਨਿੱਕੀ ਰਾਣੀ ਕੋਲ ਆ ਧਮਕੀਆਂ। ਉਹਨਾਂ ਨੇ ਬਾਰ-ਬਾਰ ਤਰਲੇ ਲਏ ਕਿ ਉਹ ਇੱਕ ਵਾਰ ਫਿਰ ਨਗਾਰਾ ਵਜਾਵੇ। ਵੇਖਾਂ ਭਲਾ ਇਸ ਵਾਰ ਵੀ ਰਾਜਾ ਤੇਰੇ ਨਗਾਰੇ ਦੀ ਚੋਟ ਸੁਣ ਕੇ ਆਉਂਦਾ ਹੈ। ਪਹਿਲਾਂ ਤਾਂ ਨਿੱਕੀ ਨੇ ਨਗਾਰਾ ਵਜਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਉਹਨਾਂ ਰਾਣੀਆਂ ਦੀ ਜ਼ਿਆਦਾ ਹੀ ਜਿੱਦ ਅੱਗੇ ਉਸਦੀ ਪੇਸ਼ ਨਾ ਗਈ ਤੇ ਉਸਨੂੰ ਇੱਕ ਵਾਰ ਫਿਰ ਨਗਾਰਾ ਵਜਾਉਣਾ ਪਿਆ। ਰਾਜਾ ਫਿਰ ਉਸ ਕੋਲ ਪਹੁੰਚ ਗਿਆ। ਅੱਜ ਫਿਰ ਮੈਂ ਤੇਰੇ ਕਰਕੇ ਆਪਣਾ ਸ਼ਿਕਾਰ ਵਿੱਚ ਹੀ ਛੱਡ ਕੇ ਭੱਜਾ ਆਇਆ। ਤੈਨੂੰ ਪਤਾ ਹੀ ਹੈ ਏਦਾਂ ਕਰਕੇ ਤੂੰ ਮੇਰਾ ਕਿੰਨਾ ਨੁਕਸਾਨ ਕਰਵਾ ਦਿੱਤਾ ਏ। ਅੱਛਾ ਹੁਣ ਵਜਾਈ ਤੂੰ ਨਗਾਰਾ, ਮੈਂ ਆ ਗਿਆ ਤਾਂ ਆਖੀ, ਜਿੰਨਾ ਮਰਜ਼ੀ ਆ ਵਜਾਈ ਜਾਵੀਂ, ਮੈਂ ਬਿਲਕੁਲ ਵੀ ਨਹੀਂ ਆਉਣਾ। ਤੇ ਉਹ ਗੁੱਸੇ ਵਿੱਚ ਲਾਲ ਪੀਲਾ ਹੋ ਕੇ ਵਾਪਸ ਚਲਿਆ ਗਿਆ। ਤੀਸਰੇ ਦਿਨ ਮਾਲੀ ਦੀ ਰਾਣੀ ਧੀ ਸੱਚਮੁੱਚ ਢਿੱਲੀ ਹੋ ਗਈ। ਉਸਨੇ ਬਾਰ-ਬਾਰ ਨਗਾਰਾ ਵਜਾਇਆ ਪਰ ਰਾਜਾ ਨਾ ਆਇਆ। ਉਸਨੇ ਸੋਚਿਆ ਉਹ ਇਸ ਵਾਰ ਵੀ ਰਾਜੇ ਨੂੰ ਪਰਖਣ ਲਈ ਨਗਾਰਾ ਵਜਾਈ ਜਾਂਦੀ ਹੋਵੇਗੀ। ਓਨੇ ਚਿਰ ਨੂੰ 4 ਰਾਣੀਆਂ ਉਸ ਕੋਲ ਪਹੁੰਚ ਗਈਆਂ ਤੇ ਆ ਕੇ ਨਿੱਕੀ ਰਾਣੀ ਨੂੰ ਕਹਿਣ ਲੱਗੀਆਂ,
ਸਾਡੇ ਇੱਥੇ ਰਿਵਾਜ਼ ਹੈ ਕਿ ਬੱਚੇ ਦੇ ਜੰਮਣ ਤੋਂ ਪਹਿਲਾਂ ਉਸਦੀ ਬਣਨ ਵਾਲੀ ਮਾਂ ਦੀਆਂ ਅੱਖਾਂ ਤੇ ਖੜਬਾਨੇ ਬੰਨ੍ਹ ਦਿੱਤੇ ਜਾਂਦੇ ਹਨ ਤਾਂ ਕਿ ਬੱਚੇ ਦੀ ਮਾਂ ਬੱਚੇ ਨੂੰ ਪਹਿਲਾਂ ਨਾ ਵੇਖੇ। ਤਾਂ ਮਾਲੀ ਦੀ ਧੀ ਰਾਣੀ ਨੇ ਕਿਹਾ, ਠੀਕ ਹੈ ਜੀ, ਮੈਂ ਇਸ ਮਹਿਲ ਦੀ ਹਰ ਰੀਤ ਨਿਭਾਵਾਂਗੀ, ਬੰਨ੍ਹ ਦਿਓ ਖੜਬਾਨੇ। ਤਾਂ ਚੌਹਾਂ ਰਾਣੀਆਂ ਨੇ ਉਸਦੀਆਂ ਅੱਖਾਂ ਉੱਤੇ ਮੋਟੀ ਚੁੰਨੀ ਰੱਖ ਕੇ ਉਸਦੇ ਸਿਰ ਦੇ ਪਿੱਛੇ ਗੰਢ ਮਾਰ ਦਿੱਤੀ। ਉਸੇ ਵੇਲੇ ਮਾਲੀ ਦੀ ਧੀ ਨੇ ਬਹੁਤ ਸੋਹਣੇ ਕਾਕੇ ਨੂੰ ਜਨਮ ਦਿੱਤਾ। ਉਸਦੇ ਮੱਥੇ ਉੱਤੇ ਚੰਨ ਅਤੇ ਠੋਡੀ ਉੱਤੇ ਤਾਰਾ ਸੀ। ਮਾਲੀ ਦੀ ਧੀ ਦੀ ਭੋਲੇ ਭਾਅ ਕਹੀ ਹੋਈ ਗੱਲ ਸੱਚ ਹੋ ਗਈ। ਚਾਰੇ ਵੱਡੀਆਂ ਰਾਣੀਆਂ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਈਆਂ। ਉਹਨਾਂ ਨੇ ਕੀ ਕੀਤਾ, ਇਸ ਤੋਂ ਪਹਿਲਾਂ ਕਿ ਬੱਚੇ ਦੀ ਮਾਂ ਬੱਚੇ ਨੂੰ ਵੇਖੇ, ਉਹ ਚਾਰੇ ਦੁਸ਼ਟ ਈਰਖਾ ਦੀਆਂ ਮਾਰੀਆਂ ਹੋਈਆਂ ਰਾਣੀਆਂ ਬੱਚੇ ਨੂੰ ਚੋਰੀ ਚੋਰੀ ਹੌਲੀ ਜਿਹੀ ਚੁੱਕ ਕੇ ਦਾਈ ਕੋਲ ਲੈ ਗਈਆਂ ਤੇ ਉਸਨੂੰ ਹੁਕਮ ਦਿੱਤਾ, ਇਸ ਬੱਚੇ ਨੂੰ ਪਲਾਂ ਵਿੱਚ ਇੱਥੋਂ ਦੂਰ ਲੈ ਜਾ ਅਤੇ ਕਿਤੇ ਇਕਾਂਤ ਵਿੱਚ ਜਾ ਕੇ ਖਤਮ ਕਰ ਦੇ, ਜਾਂ ਕਿਸੇ ਅਜਿਹੀ ਥਾਂ ਲੈ ਜਾ ਜਿੱਥੇ ਇਸ ਦੀ ਮਾਂ ਇਸ ਨੂੰ ਕਦੇ ਵੀ ਨਾ ਵੇਖ ਸਕੇ। ਖਿਆਲ ਰੱਖੀ ਕਿ ਇਸ ਦੀ ਚੂੰ ਤੱਕ ਵੀ ਉਸਦੇ ਮਾਂ ਦੇ ਕੰਨਾਂ ਵਿੱਚ ਨਾ ਪਵੇ। ਉਦਾਂ ਤਾਂ ਅਸੀਂ ਉਸਦੀਆਂ ਅੱਖਾਂ ਅਤੇ ਕੰਨਾਂ ਤੇ ਘੁੱਟ ਕੇ ਖੜਬਾਨਾ ਬੰਨਿਆ ਹੋਇਆ ਹੈ। ਇਹ ਸੁਣ ਕੇ ਦਾਈ ਕੁਝ ਬੋਲਣ ਹੀ ਲੱਗੀ ਸੀ ਤਾਂ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਕਿਹਾ, ਜੇ ਤੂੰ ਚੁੱਪਚਾਪ ਪਰਦੇ ਨਾਲ ਸਾਡਾ ਹੁਕਮ ਮੰਨੇਗੀ ਤਾਂ ਅਸੀਂ ਤੈਨੂੰ ਧਨ ਦੌਲਤ ਨਾਲ ਮਾਲਾ ਮਾਲ ਕਰ ਦੇਵਾਂਗੀਆਂ, ਅਤੇ ਜੇ ਤੂੰ ਭੋਰਾ ਵੀ ਤਿੜਬਿੜ ਕੀਤੀ ਤਾਂ ਫਿਰ ਸੋਚ ਲਵੀਂ ਤੇਰਾ ਅਸੀਂ ਕੀ ਹਾਲ ਕਰਾਂਗੀਆਂ, ਜਾਨ ਤੋਂ ਵੀ ਹੱਥ ਧੋ ਬਹੇਂਗੀ। ਦਾਈ ਨੇ ਉਹਨਾਂ ਦੀ ਨਜ਼ਰ ਬਚਾ ਕੇ ਇੱਕ ਸੰਦੂਖ ਵਿੱਚ ਮੋਰੀਆਂ ਕਰ ਲਈਆਂ ਤੇ ਸੰਦੂਖ ਲੈ ਕੇ ਦੁਸ਼ਟ ਰਾਣੀਆਂ ਨੂੰ ਉਹ ਬੱਚਾ ਸੰਦੂਖ ਵਿੱਚ ਰੱਖ ਦੇਣ ਲਈ ਕਿਹਾ। ਪਰ ਰਾਣੀਆਂ ਨੇ ਉਸਨੂੰ ਹੁਕਮ ਦਿੱਤਾ ਕਿ ਪਹਿਲਾਂ ਉਹ ਭੱਜ ਕੇ ਕੁਝ ਪੱਥਰ ਲੈ ਕੇ ਬੱਚੇ ਦੀ ਥਾਂ ਰੱਖ ਦੇਵੇ ਤੇ ਫਿਰ ਬੱਚਾ ਸੰਦੂਖ ਵਿੱਚ ਬੰਦ ਕਰਕੇ ਛੇਤੀ ਨਾਲ ਇੱਥੋਂ ਤਿੱਤਰ ਹੋ ਜਾਵੇ। ਦਾਈ ਬੱਚੇ ਦੀ ਥਾਂ ਪੱਥਰ ਰੱਖ ਕੇ ਬੱਚਾ ਲੈ ਕੇ ਭੱਜ ਗਈ। ਫਿਰ ਰਾਣੀਆਂ ਨੇ ਨਿੱਕੀ ਰਾਣੀ ਦੀਆਂ ਅੱਖਾਂ ਤੋਂ ਖੜਬਾਨਾ ਖੋਲ ਦਿੱਤਾ ਅਤੇ ਪੱਥਰ ਵਿਖਾ ਕੇ ਕਿਹਾ, ਆ ਵੇਖ ਤੂੰ ਇਹ ਪੱਥਰ ਜਣਿਆ ਏ, ਆਹੀ ਹੈ ਤੇਰਾ ਪੁੱਤਰ। ਪੱਥਰ ਵੇਖ ਕੇ ਨਿੱਕੀ ਰਾਣੀ ਫੁੱਟ ਫੁੱਟ ਕੇ ਰੋਣ ਲੱਗ ਪਈ। ਉਸਦੀ ਤਾਂ ਕਿਸਮਤ ਹੀ ਫੁੱਟ ਗਈ ਸੀ। ਹਾਏ ਰਾਜਾ ਜੀ, ਮੈਨੂੰ ਪਤਾ ਨਹੀਂ ਕੀ ਕੀ ਕਹਿਣਗੇ, ਮਹਿਲਾਂ ਚੋਂ ਕੱਢ ਹੀ ਦੇਣ ਜਾਂ ਪਤਾ ਨਹੀਂ ਮਾਰ ਹੀ ਦੇਣ, ਪਰ ਹੁਣ ਹੋਰ ਵਿਚਾਰੀ ਕਰ ਵੀ ਕੀ ਸਕਦੀ ਸੀ। ਜਦੋਂ ਰਾਜੇ ਨੂੰ ਮਹਿਲਾਂ ਵਿੱਚ ਆ ਕੇ ਪਤਾ ਲੱਗਾ ਕਿ ਉਸਦੀ ਨਿੱਕੀ ਰਾਣੀ ਨੇ ਠੋਡੀ ਉੱਤੇ ਤਿਲ ਅਤੇ ਮੱਥੇ ਉੱਤੇ ਤਾਰੇ ਵਾਲੇ ਬੱਚੇ ਦੀ ਥਾਂ ਇੱਕ ਪੱਥਰ ਜਣਿਆ ਹੈ ਤਾਂ ਉਹ ਗੁੱਸੇ ਵਿੱਚ ਇੰਨਾ ਲਾਲ ਪੀਲਾ ਹੋ ਗਿਆ ਕਿ ਉਸਨੇ ਆਪਣੀ ਨਿੱਕੀ ਰਾਣੀ ਨੂੰ ਨੌਕਰ ਬਣਾ ਕੇ ਨੌਕਰਾਂ ਵਿੱਚ ਸ਼ਾਮਿਲ ਕਰ ਦਿੱਤਾ। ਉਸਨੂੰ ਬੁਲਾਉਣਾ ਵੀ ਬੰਦ ਕਰ ਦਿੱਤਾ। ਉਧਰ ਅੱਧੀ ਰਾਤ ਵੇਲੇ ਦਾਈ ਨੇ ਉਸ ਸੋਹਣੇ ਬੱਚੇ ਵਾਲਾ ਸੰਦੂਕ ਚੁੱਕਿਆ ਅਤੇ ਇੱਕ ਜੰਗਲ ਵਿੱਚ ਇੱਕ ਪੱਧਰੀ ਜਿਹੀ ਥਾਂ ਵੇਖ ਕੇ ਉਸਨੇ ਇੱਕ ਟੋਆ ਪੁੱਟਿਆ। ਸੰਦੂਕ ਦੀ ਕੁੰਡੀ ਬੰਦ ਹੋਣ ਦੀ ਤਸੱਲੀ ਕੀਤੀ ਅਤੇ ਉਹ ਸੰਦੂਕ ਉਸ ਟੋਏ ਵਿੱਚ ਸਹਿਜ ਨਾਲ ਟਿਕਾ ਦਿੱਤਾ। ਦਾਈ ਨੂੰ ਬਿਲਕੁਲ ਵੀ ਪਤਾ ਨਾ ਲੱਗਾ ਕਿ ਰਾਜੇ ਦਾ ਵਫਾਦਾਰ ਕੁੱਤਾ, ਜਿਸ ਦਾ ਨਾਂ ਸ਼ਾਕਾ ਸੀ, ਲਗਾਤਾਰ ਦਾਈ ਦਾ ਪਿੱਛਾ ਕਰਦਾ ਆ ਰਿਹਾ ਸੀ, ਇਹ ਵੇਖਣ ਲਈ ਕਿ ਦਾਈ ਹੁਣ ਉਸ ਬੱਚੇ ਨਾਲ ਕੀ ਸਲੂਕ ਕਰੇਗੀ। ਜਦੋਂ ਦਾਈ ਵਾਪਸ ਚਲੀ ਗਈ ਤਾਂ ਸ਼ਾਕਾ ਉਸ ਟੋਏ ਕੋਲ ਗਿਆ ਜਿੱਥੇ ਉਸ ਦਾਈ ਨੇ ਸੰਦੂਕ ਰੱਖਿਆ ਸੀ। ਉਸਨੇ ਕਿਸੇ ਤਰ੍ਹਾਂ ਪਹੁੰਚਿਆ ਨਾਲ ਸੰਦੂਕ ਖੋਲ ਕੇ ਜਦੋਂ ਉਹ ਖੂਬਸੂਰਤ ਬੱਚਾ ਵੇਖਿਆ ਤਾਂ ਬਹੁਤ ਖੁਸ਼ ਹੋਇਆ। ਉਸਨੂੰ ਉਸ ਬੱਚੇ ਨਾਲ ਲਾਡ ਆ ਗਿਆ। ਉਸਨੇ ਉਸ ਬੱਚੇ ਨੂੰ ਆਪਣੇ ਢਿੱਡ ਵਿੱਚ ਸੰਭਾਲ ਲਿਆ ਤੇ ਰੱਬ ਅੱਗੇ ਅਰਦਾਸ ਕੀਤੀ ਕਿ ਰੱਬ ਇਸ ਨੂੰ ਇਸ ਜ਼ਾਲਮ ਦੁਨੀਆ ਦੀਆਂ ਬੁਰੀਆਂ ਨਜ਼ਰਾਂ ਤੋਂ ਬਚਾਵੇ ਅਤੇ ਲੰਬੀ ਉਮਰ ਦੇਵੇ। 6 ਮਹੀਨਿਆਂ ਪਿੱਛੋਂ ਸ਼ਾਕਾ ਜੰਗਲ ਵਿੱਚ ਗਿਆ ਤੇ ਉਸਨੇ ਆਪਣੇ ਢਿੱਡ ਵਿੱਚੋਂ ਬੱਚੇ ਨੂੰ ਬਾਹਰ ਕੱਢਿਆ, ਇਹ ਵੇਖਣ ਲਈ ਕਿ ਬੱਚਾ ਜਿੰਦਾ ਵੀ ਹੈ ਕਿ ਨਹੀਂ। ਜਦੋਂ ਉਸਨੇ ਵੇਖਿਆ ਕਿ ਬੱਚਾ ਜਿੰਦਾ ਹੈ ਅਤੇ ਬਹੁਤ ਹੀ ਖੂਬਸੂਰਤ ਹੈ ਤਾਂ ਉਹ ਖੁਸ਼ੀ ਵਿੱਚ ਫੁੱਲਿਆ ਨਾ ਸਮਾਇਆ। ਬੱਚਾ ਹੁਣ 6 ਮਹੀਨਿਆਂ ਦਾ ਹੋ ਗਿਆ ਸੀ। ਸ਼ਾਕਾ ਨੂੰ ਉਸ ਬੱਚੇ ਨਾਲ ਇੰਨਾ ਪਿਆਰ ਹੋ ਗਿਆ ਸੀ ਕਿ ਉਸਨੇ ਬੱਚੇ ਨੂੰ ਹੋਰ 6 ਮਹੀਨਿਆਂ ਲਈ ਆਪਣੇ ਪੇਟ ਵਿੱਚ ਲੁਕਾ ਲਿਆ। 6 ਮਹੀਨਿਆਂ ਪਿੱਛੋਂ ਫਿਰ ਜੰਗਲ ਵਿੱਚ ਗਿਆ, ਬੱਚੇ ਨੂੰ ਫਿਰ ਪੇਟ ਵਿੱਚੋਂ ਬਾਹਰ ਕੱਢਿਆ। ਹੁਣ ਉਹ ਬੱਚਾ ਸਾਲ ਦਾ ਹੋ ਚੁੱਕਾ ਸੀ, ਪਰ ਇਸ ਵਾਰੀ ਸ਼ਾਕਾ ਜਦੋਂ ਬੱਚੇ ਨੂੰ ਵੇਖਣ ਜੰਗਲ ਵਿੱਚ ਗਿਆ ਤਾਂ ਰਾਜੇ ਦੇ ਮਹਿਲਾਂ ਵਿੱਚੋਂ ਕੋਈ ਸੂਹੀਆ ਪਿੱਛੇ ਲੱਗ ਗਿਆ, ਇਹ ਵੇਖਣ ਲਈ ਕਿ ਆਖਿਰ ਇਹ ਜੰਗਲ ਵਿੱਚ ਕੀ ਕਰਨ ਜਾਂਦਾ ਹੈ। ਜਦੋਂ ਉਸਨੇ ਸ਼ਾਕਾ ਦੇ ਪੇਟ ਵਿੱਚੋਂ ਮਨੁੱਖੀ ਬੱਚਾ ਨਿਕਲਦਾ ਵੇਖਿਆ ਤਾਂ ਉਸਦੀ ਹੈਰਾਨੀ ਦੀ ਹੱਦ ਹੀ ਨਾ ਰਹੀ। ਉਸਨੇ ਮਹਿਲਾਂ ਵਿੱਚ ਜਾਂਦਿਆਂ ਹੀ ਚੌਹਾਂ ਰਾਣੀਆਂ ਨੂੰ ਜਾ ਦੱਸਿਆ ਕਿ ਉਸਨੇ ਆਪਣੀਆਂ ਅੱਖਾਂ ਨਾਲ ਕੁੱਤੇ ਨੂੰ ਆਪਣੇ ਪੇਟ ਵਿੱਚੋਂ ਇੱਕ ਅਜਿਹਾ ਬੱਚਾ ਕੱਢਦਿਆਂ ਵੇਖਿਆ ਜਿਸ ਦੀ ਠੋਡੀ ਉੱਤੇ ਤਾਰਾ ਅਤੇ ਮੱਥੇ ਉੱਤੇ ਚੰਨ ਹੈ। ਇਹ ਸੁਣ ਕੇ ਰਾਣੀਆਂ ਬਹੁਤ ਡਰ ਗਈਆਂ। ਜਦੋਂ ਰਾਜਾ ਘਰ ਆਇਆ ਤਾਂ ਰਾਣੀਆਂ ਨੇ ਆਪਸ ਵਿੱਚ ਸਲਾਹ ਕਰਕੇ ਰਾਜੇ ਨੂੰ ਕਿਹਾ, ਅਸੀਂ ਕਿਹਾ ਰਾਜਾ ਜੀ, ਜਦੋਂ ਤੁਸੀਂ ਅੱਜ ਮਹਿਲਾਂ ਚੋਂ ਬਾਹਰ ਗਏ ਤਾਂ ਮਗਰੋਂ ਆਪਣਾ ਕੁੱਤਾ ਸ਼ਾਕਾ ਸਾਡੇ ਕਮਰਿਆਂ ਵਿੱਚ ਆਇਆ ਅਤੇ ਸਾਡੇ ਸਾਰਿਆਂ ਦੇ ਕੱਪੜੇ ਪਾੜ ਦਿੱਤੇ ਅਤੇ ਸਾਡੀਆਂ ਸਾਰੀਆਂ ਚੀਜ਼ਾਂ ਵਸਤਾਂ ਤੈਸ਼ ਨੈਸ਼ ਕਰ ਦਿੱਤੀਆਂ। ਸਾਨੂੰ ਬਹੁਤ ਡਰ ਲੱਗਦਾ ਹੈ ਕਿਤੇ ਉਹ ਸਾਨੂੰ ਜਾਨੋਂ ਹੀ ਨਾ ਮਾਰ ਦੇਵੇ। ਅਸੀਂ ਤਾਂ ਕੁਝ ਖਾਧਾ ਪੀਤਾ ਵੀ ਨਹੀਂ।
ਰਾਜੇ ਨੇ ਸਾਰੀ ਵਾਰਦਾਤ ਸੁਣ ਕੇ ਕਿਹਾ, ਤੁਸੀਂ ਬੇਫਿਕਰ ਹੋ ਕੇ ਭੋਜਨ ਕਰੋ, ਮੈਂ ਦਿਨ ਚੜ੍ਹਦੇ ਹੀ ਕੁੱਤੇ ਨੂੰ ਮਰਵਾ ਦਿਆਂਗਾ। ਫਿਰ ਉਸਨੇ ਆਪਣੇ ਦਾਸਾਂ ਨੂੰ ਹੁਕਮ ਦਿੱਤਾ ਕਿ ਉਹ ਦਿਨ ਚੜ੍ਹਦੇ ਹੀ ਸ਼ਾਕਾ ਨੂੰ ਗੋਲੀ ਮਾਰ ਦੇਣ। ਰਾਜੇ ਨੂੰ ਇਹ ਹੁਕਮ ਦਿੰਦਿਆਂ ਸ਼ਾਕਾ ਨੇ ਸੁਣ ਲਿਆ ਅਤੇ ਆਪਣੇ ਆਪ ਸੋਚਿਆ ਕਿ ਹੁਣ ਉਹ ਕੀ ਕਰੇ। ਉਸ ਨੂੰ ਆਪਣੀ ਜਾਨ ਦੀ ਤਾਂ ਕੋਈ ਪਰਵਾਹ ਨਹੀਂ ਹੈ, ਪਰ ਮੇਰੇ ਪੇਟ ਵਿਚਲਾ ਬੱਚਾ ਵੀ ਮਰ ਜਾਵੇਗਾ। ਮੈਂ ਹਰ ਹਾਲਤ ਵਿੱਚ ਇਸ ਬੱਚੇ ਨੂੰ ਬਚਾਉਣਾ ਚਾਹੁੰਦਾ ਹਾਂ। ਉਸ ਕੋਲ ਵਕਤ ਵੀ ਤਾਂ ਬਹੁਤ ਥੋੜਾ ਹੈ। ਫਿਰ ਉਸ ਰਾਜੇ ਦੀ ਗਾਂ ਬਾਂਸੁਰੀ ਦਾ ਖਿਆਲ ਆਇਆ। ਉਸ ਕੋਲ ਜਾ ਕੇ ਕਿਹਾ, ਬਾਂਸੁਰੀ ਮਾਸੀ, ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਰਾਜੇ ਨੇ ਸਵੇਰ ਹੁੰਦਿਆਂ ਸਾਰ ਹੀ ਮੈਨੂੰ ਮਰਵਾ ਦੇਣਾ ਹੈ। ਕੀ ਤੂੰ ਉਸ ਦਾ ਖਿਆਲ ਰੱਖੇਂਗੀ ਜੋ ਮੈਂ ਤੈਨੂੰ ਦੇਵਾਂ? ਹਾਂ, ਮੈਂ ਜ਼ਰੂਰ ਧਿਆਨ ਰੱਖਾਂਗੀ, ਪਰ ਪਹਿਲਾਂ ਮੈਨੂੰ ਵੇਖ ਤਾਂ ਲੈਣ ਦਿਓ ਹੈ ਕਿ ਜਿਸ ਦਾ ਤੈਨੂੰ ਆਪਣੀ ਜਾਨ ਤੋਂ ਵੱਧ ਵੀ ਫਿਕਰ ਹੈ। ਫਿਰ ਉਹ ਦੋਵੇਂ ਜਣੇ ਰਾਤੋਂ ਰਾਤ ਜੰਗਲ ਵਿੱਚ ਚਲੇ ਗਏ। ਉੱਥੇ ਜਾ ਕੇ ਸ਼ਾਕਾ ਨੇ ਆਪਣੇ ਪੇਟ ਵਿੱਚੋਂ ਬੱਚੇ ਨੂੰ ਬਾਹਰ ਕੱਢਿਆ। ਬਾਂਸੁਰੀ ਬੱਚੇ ਨੂੰ ਵੇਖ ਕੇ ਬਹੁਤ ਖੁਸ਼ ਹੋ ਗਈ ਅਤੇ ਬੋਲੀ, ਮੈਂ ਅੱਜ ਤੱਕ ਇਸ ਦੇਸ਼ ਵਿੱਚ ਕਦੇ ਵੀ ਇੰਨਾ ਸੋਹਣਾ ਬੱਚਾ ਨਹੀਂ ਵੇਖਿਆ। ਕਿੰਨਾ ਜ਼ਿਆਦਾ ਪਿਆਰਾ ਹੈ ਇਹ ਬੱਚਾ। ਇਸ ਦੇ ਮੱਥੇ ਉੱਤੇ ਚੰਨ ਹੈ ਤੇ ਠੋਡੀ ਉੱਤੇ ਤਾਰਾ। ਵਾਹ, ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਵੀ ਇਸ ਨੂੰ ਤੇਰੇ ਵਾਂਗ ਹੀ ਆਪਣੀ ਜਾਨ ਨਾਲੋਂ ਵੱਧ ਪਿਆਰ ਕਰੂੰਗੀ। ਇੰਨਾ ਕਹਿ ਕੇ ਗਾਂ ਨੇ ਬੱਚੇ ਨੂੰ ਬੜੇ ਪਿਆਰ ਨਾਲ ਨਿਗਲ ਕੇ ਆਪਣੇ ਪੇਟ ਵਿੱਚ ਸੰਭਾਲ ਕੇ ਰੱਖ ਲਿਆ। ਸ਼ਾਕਾ ਨੇ ਸ਼ੁਕਰਾਨੇ ਵਜੋਂ ਗਾਂ ਬਾਂਸੁਰੀ ਨੂੰ ਸਲਾਮ ਕੀਤਾ। ਅਗਲੇ ਦਿਨ ਸ਼ਾਕਾ ਕੁੱਤੇ ਨੂੰ ਗੋਲੀ ਮਾਰ ਦਿੱਤੀ ਗਈ। ਬੱਚਾ ਹੁਣ ਗਾਂ ਦੇ ਪੇਟ ਵਿੱਚ ਪਲਣ ਲੱਗਾ। ਪੂਰਾ ਸਾਲ ਗਾਂ ਦੇ ਪੇਟ ਵਿੱਚ ਲੰਘ ਗਿਆ। ਬੱਚਾ ਹੁਣ 2 ਸਾਲਾਂ ਦਾ ਹੋ ਗਿਆ ਸੀ। ਹੁਣ ਗਾਂ ਨੂੰ ਖਿਆਲ ਆਇਆ ਕਿ ਵੇਖਾਂ ਤਾਂ ਸਹੀ ਕਿ ਮੇਰੇ ਪੇਟ ਵਿੱਚ ਬੱਚਾ ਸਲਾਮਤ ਹੈ ਨਾ। ਉਸ ਦੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਉਸਨੇ ਤੰਦਰੁਸਤ ਅਤੇ ਹੱਸਦਾ ਖੇਡਦਾ ਬੱਚਾ ਆਪਣੇ ਸਾਹਮਣੇ ਵੇਖਿਆ। ਘੰਟਾ ਭਰ ਉਹ ਉਹਦੇ ਨਾਲ ਖੇਡਿਆ ਅਤੇ ਨਿੱਕੀਆਂ-ਨਿੱਕੀਆਂ ਗੱਲਾਂ ਵੀ ਕਰਦਾ ਰਿਹਾ। ਗਾਂ ਨੇ ਉਸ ਨਾਲ ਬੜਾ ਲਾਡ ਲੜਾਇਆ ਤੇ ਬੜੇ ਧਿਆਨ ਨਾਲ ਦੁਬਾਰਾ ਆਪਣੇ ਪੇਟ ਵਿੱਚ ਸੰਭਾਲ ਲਿਆ ਅਤੇ ਫਿਰ ਸਾਲ ਭਰ ਗਾਂ ਦੇ ਪੇਟ ਵਿੱਚ ਰਹਿਣ ਤੋਂ ਪਿੱਛੋਂ ਹੁਣ ਬੱਚਾ 3 ਸਾਲਾਂ ਦਾ ਹੋ ਗਿਆ ਸੀ। ਇਸ ਵਾਰੀ ਇੱਕ ਚਰਵਾਹੇ ਨੇ ਵੇਖ ਲਿਆ। ਉਸਨੇ ਵੀ ਰਾਣੀਆਂ ਨੂੰ ਦੱਸ ਦਿੱਤਾ ਕਿ ਗਾਂ ਦੇ ਪੇਟ ਵਿੱਚ ਬੱਚਾ ਹੈ ਜਿਸ ਦੇ ਮੱਥੇ ਉੱਤੇ ਚੰਨ ਅਤੇ ਠੋਡੀ ਉੱਤੇ ਤਾਰਾ ਹੈ। ਇਹ ਸੁਣ ਕੇ ਫਿਰ ਰਾਣੀਆਂ ਨੇ ਰੋਣ ਪਿੱਟਣ ਪਾ ਕੇ ਰਾਜੇ ਨੂੰ ਭੜਕਾ ਦਿੱਤਾ। ਰਾਜੇ ਨੇ ਗਾਂ ਨੂੰ ਵੀ ਚੜ੍ਹਦੀ ਸਵੇਰ ਮਾਰ ਦੇਣ ਦਾ ਹੁਕਮ ਦੇ ਦਿੱਤਾ। ਜਦੋਂ ਗਾਂ ਨੂੰ ਪਤਾ ਲੱਗਾ ਤਾਂ ਉਸਨੂੰ ਵੀ ਆਪਣੇ ਤੋਂ ਵੱਧ ਬੱਚੇ ਨੂੰ ਬਚਾਉਣ ਦਾ ਫਿਕਰ ਪੈ ਗਿਆ ਤੇ ਉਹ ਰਾਤੋਂ ਰਾਤ ਰਾਜੇ ਦੇ ਘੋੜੇ ਕਤਰ ਕੋਲ ਗਈ। ਕਤਰ ਨੂੰ ਵੀ ਜਦੋਂ ਜੰਗਲ ਵਿੱਚ ਉਹ ਬੱਚਾ ਵਿਖਾਇਆ ਤਾਂ ਉਹ ਵੀ ਉਸਦੀ ਹਿਫਾਜ਼ਤ ਲਈ ਤਿਆਰ ਹੋ ਗਿਆ ਤੇ ਗਾਂ ਅਤੇ ਕੁੱਤੇ ਦੀ ਤਰ੍ਹਾਂ ਬੱਚੇ ਨੂੰ ਆਪਣੇ ਪੇਟ ਵਿੱਚ ਸੰਭਾਲ ਲਿਆ। ਕਤਰ ਨੇ ਬੜੇ ਦਾਅਵੇ ਨਾਲ ਬੰਸਰੀ ਨੂੰ ਕਿਹਾ, ਤੈਨੂੰ ਪਤਾ ਹੀ ਹੈ ਕਿ ਮੈਨੂੰ ਸਾਰੇ ਅਥਰਾ ਘੋੜਾ ਆਖਦੇ ਹਨ ਅਤੇ ਅੱਜ ਤੱਕ ਕੋਈ ਮੇਰੀ ਸਵਾਰੀ ਕਰਨ ਦੀ ਹਿੰਮਤ ਨਹੀਂ ਕਰ ਸਕਿਆ, ਪਰ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਇਹ ਬੱਚਾ ਵੱਡਾ ਹੋ ਕੇ ਮੇਰੀ ਸਵਾਰੀ ਕਰੇਗਾ। ਇਹ ਸੁਣ ਕੇ ਗਾਂ ਬੰਸਰੀ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅਥਰੂ ਨਿਕਲ ਆਏ ਤੇ ਉਸਨੇ ਤਹਿ ਦਿਲੋਂ ਕਤਰ ਦਾ ਧੰਨਵਾਦ ਕਰਦਿਆਂ ਕਿਹਾ, ਰੱਬ ਤੈਨੂੰ ਆਪਣਾ ਵਾਅਦਾ ਨਿਭਾਉਣ ਦੀ ਹਿੰਮਤ ਅਤੇ ਹੌਸਲਾ ਦੇਵੇ। ਹੁਣ ਮੈਂ ਚੈਨ ਨਾਲ ਮਰ ਸਕਦੀ ਹਾਂ। ਅਗਲੀ ਸਵੇਰ ਗਾਂ ਨੂੰ ਵੀ ਮਰਵਾ ਦਿੱਤਾ ਗਿਆ। ਫਿਰ ਉਹ ਬੱਚਾ ਸਾਲ ਭਰ ਕਤਰ ਦੇ ਪੇਟ ਵਿੱਚ ਪਲਦਾ ਰਿਹਾ। ਸਾਲ ਪਿੱਛੋਂ ਘੋੜੇ ਨੇ ਵੀ ਨਿੱਕੇ ਜਿਹੇ ਰਾਜਕੁਮਾਰ ਨੂੰ ਆਪਣੇ ਪੇਟ ਵਿੱਚੋਂ ਕੱਢ ਕੇ ਵੇਖਿਆ। ਰਾਜਕੁਮਾਰ ਹੁਣ ਸੁੱਖ ਨਾਲ 5 ਵਰ੍ਹਿਆਂ ਦਾ ਹੋ ਗਿਆ ਸੀ। ਕਤਰ ਕਿੰਨਾ ਚਿਰ ਉਹਦੇ ਨਾਲ ਖੇਡਦਾ ਰਿਹਾ, ਪਰ ਦੁਨੀਆ ਦੀ ਨਜ਼ਰ ਤੋਂ ਬਚਾ ਕੇ ਫਿਰ ਪੇਟ ਵਿੱਚ ਸੰਭਾਲ ਲਿਆ। ਪਰ ਫਿਰ ਵੀ ਘੋੜੇ ਦੇ ਪਾਲੀ ਨੇ ਉਸਨੂੰ ਵੇਖ ਲਿਆ ਸੀ। ਉਹ ਵੀ ਰਾਣੀਆਂ ਕੋਲ ਗਿਆ ਤੇ ਘੋੜੇ ਦੇ ਪੇਟ ਵਿੱਚ ਮੱਥੇ ਉੱਤੇ ਚੰਨ ਅਤੇ ਠੋਡੀ ਉੱਤੇ ਤਾਰੇ ਵਾਲੇ ਬਹੁਤ ਹੀ ਸੋਹਣੇ ਬੱਚੇ ਬਾਰੇ ਜਾ ਦੱਸਿਆ। ਇਸ ਵਾਰ ਤਾਂ ਚੌਹਾਂ ਰਾਣੀਆਂ ਨੇ ਬਹੁਤਾ ਹੀ ਰੋਣ ਪਿੱਟਣ ਪਾ ਲਿਆ, ਆਪਣੇ ਲੀੜੇ ਪਾੜ ਲਏ, ਝਾਟੇ ਖੋਹ ਲਏ ਅਤੇ ਰਾਜੇ ਦੇ ਆਉਂਦਿਆਂ ਨੂੰ ਪੱਟੀ ਖਣਪੱਟੀ ਲੈ ਕੇ ਭੁੰਜੇ ਹੀ ਲੰਮੀਆਂ ਪੈ ਗਈਆਂ। ਸਭ ਗੈਸ ਦੀਵੇ ਲਾਲਟੈਨਾਂ ਬੁਝਾ ਕੇ ਮਹਿਲਾਂ ਵਿੱਚ ਘੁੱਪ ਹਨੇਰਾ ਕਰ ਦਿੱਤਾ। ਜਦੋਂ ਰਾਜਾ ਘਰ ਆਇਆ ਤਾਂ ਵੇਖ ਕੇ ਘਬਰਾ ਗਿਆ। ਜਦੋਂ ਰਾਣੀਆਂ ਨੂੰ ਏਦਾਂ ਦੀ ਬੁਰੀ ਹਾਲਤ ਵਿੱਚ ਵੇਖ ਕੇ ਇਸ ਦਾ ਕਾਰਨ ਪੁੱਛਿਆ ਤਾਂ ਉਹ ਫਿਰ ਚੀਕਾਂ ਮਾਰ-ਮਾਰ ਕੇ ਰੋਣ ਲੱਗ ਪਈਆਂ। ਉਹਨਾਂ ਵਿੱਚੋਂ ਇੱਕ ਰਾਣੀ ਨੇ ਹੌਸਲਾ ਕਰਕੇ ਬੋਲੀ, ਰਾਜਾ ਜੀ, ਤੁਹਾਡੇ ਮਹਿਲ ਦੇ ਸਾਰੇ ਜਾਨਵਰ ਤਾਂ ਹੱਥ ਧੋ ਕੇ ਸਾਡੀ ਜਾਨ ਦੇ ਪਿੱਛੇ ਹੀ ਪੈ ਗਏ ਨੇ। ਦੂਜੀ ਰਾਣੀ ਵਿੱਚੋਂ ਹੀ ਬੋਲੀ, ਆਹ ਵੇਖੋ ਤੁਹਾਡੇ ਲਾਡਲੇ ਅਥਰੇ ਘੋੜੇ ਕਤਰ ਨੇ ਸਾਡਾ ਕੀ ਹਾਲ ਕੀਤਾ ਹੈ। ਤੀਸਰੀ ਰਾਣੀ ਬੋਲੀ, ਇਹ ਤਾਂ ਸਾਨੂੰ ਮਾਰ ਹੀ ਦੇਣ ਲੱਗਾ ਸੀ, ਅਸੀਂ ਕਿਸੇ ਤਰ੍ਹਾਂ ਉਸ ਤੋਂ ਬੋਲਿਆ ਨਾ ਗਿਆ, ਰੋਣ ਲੱਗ ਪਈ। ਫਿਰ ਚੌਥੀ ਰਾਣੀ ਬੋਲੀ, ਹੁਣ ਤਾਂ ਬਸ ਇੱਥੇ ਮੌਤ ਹੀ ਦਿਸਦੀ ਪਈ ਏ, ਕਤਰ ਨੂੰ ਹੁਣੇ ਹੀ ਮਰਵਾ ਦਿਓ, ਨਹੀਂ ਤਾਂ ਸਾਨੂੰ ਹੀ ਤੁਸੀਂ ਆਪਣੇ ਹੱਥੀਂ ਗੋਲੀ ਮਾਰ ਦਿਓ। ਰਾਜੇ ਨੂੰ ਕਤਰ ਤੇ ਬਹੁਤ ਗੁੱਸਾ ਆਇਆ, ਪਰ ਨਾਲ ਹੀ ਧਿਆਨ ਆਇਆ ਕਿ ਉਸਨੂੰ ਗੋਲੀ ਮਾਰਨ ਲਈ ਕੋਈ ਵੀ ਹਿੰਮਤ ਨਹੀਂ ਕਰੇਗਾ। ਸੋ ਉਸਨੇ ਹੁਕਮ ਦਿੱਤਾ ਕਿ ਇੱਕ ਸਿਪਾਹੀਆਂ ਦੀ ਟੁਕੜੀ ਤਿਆਰ ਕੀਤੀ ਜਾਵੇ ਅਤੇ ਮਹਿਲਾਂ ਦੇ ਚਾਰੇ ਪਾਸੇ ਹਥਿਆਰ ਲੈ ਕੇ ਸਿਪਾਹੀ ਖੜੇ ਕਰ ਦਿੱਤੇ ਜਾਣ। ਘੋੜਾ ਕਿਸੇ ਪਾਸਿਓਂ ਭੱਜ ਕੇ ਬਾਹਰ ਨਾ ਜਾ ਸਕੇ ਅਤੇ ਦਿਨ ਚੜ੍ਹਦੇ ਹੀ ਚਾਰੇ ਪਾਸਿਓਂ ਘੋੜੇ ਨੂੰ ਗੋਲੀਆਂ ਨਾਲ
ਉਡਾ ਦਿੱਤਾ ਜਾਵੇ। ਇਹ ਐਲਾਨ ਘੋੜੇ ਕਤਰ ਨੇ ਵੀ ਸੁਣ ਲਿਆ। ਕਤਰ ਨੇ ਬੱਚੇ ਨੂੰ ਢਿੱਡ ਵਿੱਚੋਂ ਬਾਹਰ ਕੱਢਿਆ ਅਤੇ ਕਿਹਾ, ਮੇਰੇ ਪਿਆਰੇ ਰਾਜਕੁਮਾਰ, ਤੂੰ ਅਸਤਬਲ ਦੇ ਨਾਲ ਲੱਗਦੇ ਉਸ ਖੂਫੀਆ ਕਮਰੇ ਵਿੱਚ ਜਾ ਜਿਸ ਦਾ ਰਸਤਾ ਬਾਹਰ ਵੱਲ ਨਿਕਲਦਾ ਹੈ ਤੇ ਉੱਥੋਂ ਮੇਰੀ ਕਾਠੀ ਅਤੇ ਲਗਾਮ ਲਿਆ ਕੇ ਮੇਰੇ ਉੱਤੇ ਪਾ ਦੇ। ਉੱਥੇ ਹੀ ਬਹੁਤ ਸੋਹਣੇ ਕੱਪੜੇ ਪਏ ਹੋਏ ਹਨ ਜੋ ਮਹਿਲਾਂ ਦੇ ਰਾਜਕੁਮਾਰ ਪਹਿਨਦੇ ਹਨ, ਉਹ ਤੂੰ ਖੁਦ ਪਾ ਲਵੀਂ ਅਤੇ ਨਾਲ ਹੀ ਇੱਕ ਬੰਦੂਕ ਅਤੇ ਤਲਵਾਰ ਪਈ ਹੈ, ਉਹ ਵੀ ਚੁੱਕ ਲਿਆਈ ਅਤੇ ਆ ਕੇ ਮੇਰੀ ਪਿੱਠ ਤੇ ਸਵਾਰ ਹੋ ਜਾਵੀਂ। ਰਾਜਕੁਮਾਰ ਨੇ ਇਵੇਂ ਹੀ ਕੀਤਾ। ਜਿਉਂ ਹੀ ਰਾਜਕੁਮਾਰ ਘੋੜੇ ਤੇ ਸਵਾਰ ਹੋਇਆ ਤਾਂ ਘੋੜੇ ਨੇ ਪਹਿਲੀ ਵਾਰ ਰਾਜਕੁਮਾਰ ਨੂੰ ਦੱਸਿਆ ਕਿ ਉਸ ਘੋੜੇ ਤੇ ਪਹਿਲੀ ਵਾਰ ਉਸਨੇ ਹੀ ਸਵਾਰੀ ਕੀਤੀ ਹੈ। ਅਸਲ ਵਿੱਚ ਉਹ ਆਮ ਘੋੜਾ ਤਾਂ ਹੈ ਹੀ ਨਹੀਂ ਸੀ, ਉਹ ਤਾਂ ਇੱਕ ਪਰੀ ਘੋੜਾ ਸੀ। ਉਸਨੂੰ ਵਰਦਾਨ ਸੀ ਕਿ ਉਹ ਚੰਗੀ ਨੀਤ ਨਾਲ ਜਦੋਂ ਕੁਝ ਕਰਨਾ ਚਾਹੇਗਾ ਤਾਂ ਉਸ ਵਿੱਚ ਅਜਿਹੀਆਂ ਸ਼ਕਤੀਆਂ ਆ ਜਾਣਗੀਆਂ ਕਿ ਜੋ ਕੁਝ ਵੀ ਕਰਨਾ ਚਾਹੇ ਕਰ ਸਕੇਗਾ ਜਾਂ ਜੋ ਵੀ ਰੂਪ ਧਾਰਨ ਕਰਨਾ ਚਾਹੇ ਕਰ ਸਕੇਗਾ। ਪਰ ਇਸ ਭੇਦ ਤੋਂ ਰਾਜੇ ਦੇ ਮਹਿਲਾਂ ਵਿੱਚ ਕੋਈ ਵੀ ਜਾਣੂ ਨਹੀਂ ਸੀ। ਜਦੋਂ ਰਾਜੇ ਦੇ ਮਹਿਲਾਂ ਵਿੱਚ ਕਤਰ ਨੂੰ ਮਾਰ ਦੇਣ ਦੀ ਸਾਰੀ ਤਿਆਰੀ ਹੋ ਗਈ ਤਾਂ ਕਤਰ ਬੜੀ ਸ਼ਾਨ ਦੇ ਨਾਲ ਰਾਜਕੁਮਾਰ ਨੂੰ ਆਪਣੀ ਪਿੱਠ ਤੇ ਬਿਠਾ ਕੇ ਸਾਰਿਆਂ ਦੇ ਸਾਹਮਣੇ ਹਵਾ ਹੋ ਗਿਆ। ਸਾਰੇ ਜਣੇ ਹਵਾ ਵਿੱਚ ਇਉਂ ਗੋਲੀਆਂ ਚਲਾ ਰਹੇ ਸਨ ਜਿਵੇਂ ਕਿ ਕਤਰ ਦੀ ਬਹਾਦਰੀ ਲਈ ਉਸ ਨੂੰ ਸਲਾਮੀਆਂ ਦੇ ਰਹੇ ਹੋਣ। ਰਾਜੇ ਨੇ ਬੜੀ ਹੈਰਾਨੀ ਨਾਲ ਵੇਖ ਲਿਆ ਕਿ ਜਾਂਦੀ ਵਾਰ ਕਤਰ ਦੀ ਪਿੱਠ ਤੇ ਇੱਕ ਬਹੁਤ ਪਿਆਰਾ ਜਿਹਾ ਬੱਚਾ ਵੀ ਬੈਠਾ ਸੀ। ਕਤਰ ਰਾਜਕੁਮਾਰ ਨੂੰ ਲੈ ਕੇ ਸੰਘਣੇ ਜੰਗਲ ਵੱਲ ਚਲਿਆ ਗਿਆ। ਜਦੋਂ ਰਾਤ ਪੈ ਗਈ ਤਾਂ ਉਹ ਦਮ ਲੈਣ ਲਈ ਇੱਕ ਰੁੱਖ ਹੇਠਾਂ ਰੁਕੇ। ਉੱਥੇ ਕਤਰ ਨੇ ਘਾਹ ਚਰਿਆ ਤੇ ਰਾਜਕੁਮਾਰ ਨੇ ਜੰਗਲੀ ਫਲ ਖਾਧੇ। ਅਗਲੀ ਸਵੇਰ ਉਹ ਫਿਰ ਸਫ਼ਰ ਤੇ ਨਿਕਲ ਪਏ ਅਤੇ ਉਨੀ ਦੇਰ ਤੱਕ ਤੁਰੇ ਰਹੇ ਜਦ ਤੱਕ ਉਹ ਕਿਸੇ ਦੂਸਰੇ ਦੇਸ਼ ਦੇ ਜੰਗਲ ਤੱਕ ਨਹੀਂ ਪਹੁੰਚ ਗਏ। ਇੱਥੇ ਆ ਕੇ ਕਤਰ ਨੇ ਰਾਜਕੁਮਾਰ ਨੂੰ ਕਿਹਾ, ਹੁਣ ਤੂੰ ਮੇਰੀ ਪਿੱਠ ਤੋਂ ਉਤਰ ਜਾ, ਕਾਠੀ ਅਤੇ ਲਗਾਮ ਵੀ ਲਾ ਦੇ, ਆਪਣੀ ਸੁੰਦਰ ਪੋਸ਼ਾਕ ਵੀ ਲਾ ਦੇ ਅਤੇ ਇਹ ਸਭ ਕੁਝ ਇੱਕ ਗਠੜੀ ਵਿੱਚ ਬੰਨ੍ਹ ਕੇ ਇੱਕ ਪਾਸੇ ਰੱਖ ਦੇ ਅਤੇ ਵਿੱਚੇ ਹੀ ਆਪਣੀ ਤਲਵਾਰ ਅਤੇ ਬੰਦੂਕ ਵੀ ਸਾਂਭ ਕੇ ਰੱਖ ਦੇ। ਰਾਜਕੁਮਾਰ ਨੇ ਇਉਂ ਹੀ ਕੀਤਾ। ਫਿਰ ਘੋੜੇ ਨੇ ਉਸਨੂੰ ਆਮ ਅਤੇ ਸਸਤੇ ਜਿਹੇ ਕੱਪੜੇ ਪਹਿਨਣ ਨੂੰ ਦਿੱਤੇ। ਫਿਰ ਘੋੜੇ ਨੇ ਉਸਨੂੰ ਕਿਹਾ, ਆਪਣੀ ਇਹ ਗਠੜੀ ਇੱਥੇ ਘਾਹ ਵਿੱਚ ਲੁਕਾ ਦੇ, ਮੈਂ ਇੱਥੇ ਹੀ ਇਸ ਦਾ ਧਿਆਨ ਰੱਖਾਂਗਾ। ਤੂੰ ਹੁਣ ਜਾ ਕੇ ਆਪਣੇ ਲਈ ਕੋਈ ਕੰਮ ਧੰਦਾ ਲੱਭ, ਮੈਂ ਇੱਥੇ ਹੀ ਰਹਾਂਗਾ। ਜਦੋਂ ਵੀ ਕਦੇ ਤੈਨੂੰ ਮੇਰੀ ਲੋੜ ਪਈ ਮੈਂ ਹਾਜ਼ਰ ਹੋ ਜਾਵਾਂਗਾ। ਪਰ ਮੈਨੂੰ ਤਾਂ ਕੁਝ ਵੀ ਨਹੀਂ ਪਤਾ, ਮੈਂ ਤਾਂ ਕੋਈ ਕੰਮ ਕਰਨਾ ਵੀ ਨਹੀਂ ਜਾਣਦਾ, ਮੈਂ ਇਕੱਲਾ ਇਸ ਬੇਗਾਨੇ ਦੇਸ਼ ਵਿੱਚ ਕੀ ਕਰਾਂਗਾ। ਮੁੰਡੇ ਨੇ ਉਦਾਸ ਅਤੇ ਚਿੰਤਾਤੁਰ ਹੋ ਕੇ ਆਖਿਆ, ਤੂੰ ਡਰ ਨਾ, ਤੈਨੂੰ ਨੌਕਰੀ ਜ਼ਰੂਰ ਮਿਲੇਗੀ, ਤੇਰੀ ਹਰ ਮਦਦ ਲਈ ਮੈਂ ਜੋ ਹਾਂ। ਬਸ ਤੂੰ ਜਾਣ ਲੱਗਾ ਮੇਰਾ ਸੱਜਾ ਕੰਨ ਮਰੋੜ ਦੇ ਅਤੇ ਆਪਣਾ ਵੀ ਸੱਜਾ ਕੰਨ ਮਰੋੜ ਦੇ, ਪਰ ਪਹਿਲਾਂ ਮੇਰਾ, ਕਤਰ ਨੇ ਕਿਹਾ। ਜਿਉਂ ਹੀ ਮੁੰਡੇ ਨੇ ਕਤਰ ਦਾ ਕੰਨ ਮਰੋੜਿਆ ਤਾਂ ਕਤਰ ਘੋੜਿਓਂ ਖੋਤਾ ਬਣ ਗਿਆ। ਜਦੋਂ ਉਸਨੇ ਆਪਣਾ ਕੰਨ ਮਰੋੜਿਆ ਤਾਂ ਉਹ ਚੰਨ ਤਾਰੇ ਵਾਲਾ ਰਾਜਕੁਮਾਰ ਨਹੀਂ ਰਿਹਾ, ਅਸਲੋਂ ਹੀ ਇੱਕ ਗਰੀਬੜਾ ਤੇ ਕਰੂਪ ਜਿਹਾ ਸਧਾਰਨ ਮੁੰਡੇ ਵਿੱਚ ਵਟ ਗਿਆ। ਤੇ ਫਿਰ ਉਹ ਨੌਕਰੀ ਦੀ ਤਲਾਸ਼ ਵਿੱਚ ਨਿਕਲ ਤੁਰਿਆ। ਰਸਤੇ ਵਿੱਚ ਉਸਨੂੰ ਇੱਕ ਅਨਾਜ ਵਪਾਰੀ ਮਿਲਿਆ। ਉਸਦੇ ਪੁੱਛਣ ਤੇ ਮੁੰਡੇ ਨੇ ਉਸ ਵਪਾਰੀ ਨੂੰ ਦੱਸਿਆ, ਮੈਂ ਇੱਕ ਗਰੀਬ ਮੁੰਡਾ ਹਾਂ ਅਤੇ ਨੌਕਰੀ ਲੱਭਦਾ ਫਿਰਦਾ ਹਾਂ। ਠੀਕ ਹੈ, ਕੀ ਤੂੰ ਮੇਰਾ ਨੌਕਰ ਬਣੇਗਾ? ਮੁੰਡੇ ਦੇ ਹਾਂ ਕਹਿਣ ਤੇ ਉਹ ਉਸਨੂੰ ਆਪਣੇ ਘਰ ਲੈ ਗਿਆ। ਉਹ ਵਪਾਰੀ ਉਸ ਦੇਸ਼ ਦੇ ਰਾਜੇ ਦੇ ਮਹਿਲ ਦੇ ਪਾਸ ਹੀ ਰਹਿੰਦਾ ਸੀ। ਇੱਕ ਰਾਤ ਦੇ 12 ਕੁ ਵਜੇ ਮੁੰਡੇ ਨੂੰ ਬਹੁਤ ਗਰਮੀ ਲੱਗੀ। ਉਹ ਰਾਜੇ ਦੇ ਹਵਾਦਾਰ ਠੰਡੇ ਬਾਗ ਵਿੱਚ ਚਲਿਆ ਗਿਆ। ਠੰਡੀ ਠੰਡੀ ਹਵਾ ਵਿੱਚ ਉਹ ਗੀਤ ਗਾਉਣ ਲੱਗ ਪਿਆ। ਉਸ ਦੀ ਆਵਾਜ਼ ਬਹੁਤ ਮਿੱਠੀ ਸੀ। ਉਸ ਰਾਜੇ ਦੀਆਂ 7 ਧੀਆਂ ਸਨ। ਸਭ ਤੋਂ ਛੋਟੀ ਰਾਜਕੁਮਾਰੀ ਤੇ ਰਾਜਕੁਮਾਰ ਦੀ ਆਵਾਜ਼ ਜਾਦੂ ਦਾ ਅਸਰ ਕਰਨ ਲੱਗੀ। ਰਾਜਕੁਮਾਰੀ ਨੇ ਕੱਪੜੇ ਬਦਲੇ ਅਤੇ ਉਧਰ ਨੂੰ ਤੁਰ ਪਈ ਜਿੱਧਰੋਂ ਆਵਾਜ਼ ਆ ਰਹੀ ਸੀ। ਉੱਥੇ ਪਹੁੰਚ ਕੇ ਉਸਨੇ ਉਸ ਮੁੰਡੇ ਨੂੰ ਪੁੱਛਿਆ, ਤੂੰ ਕੌਣ ਹੈ ਤੇ ਕਿੱਥੋਂ ਆਇਆ ਹੈ? ਪਰ ਮੁੰਡੇ ਨੇ ਉਸਦੀ ਗੱਲ ਦਾ ਕੋਈ ਵੀ ਹੁੰਗਾਰਾ ਨਾ ਭਰਿਆ। ਉਹ ਕੁਝ ਦੇਰ ਉੱਥੇ ਖੜੀ ਰਹੀ, ਫਿਰ ਚਲੀ ਗਈ। ਅਗਲੀ ਰਾਤ ਵੀ ਇਸੇ ਤਰ੍ਹਾਂ ਹੋਇਆ ਤੇ ਉਸ ਤੋਂ ਅਗਲੀ ਰਾਤ ਵੀ। ਜਦੋਂ ਤੀਸਰੀ ਰਾਤ ਵੀ ਉਹ ਨਾਮ ਬੋਲਿਆ ਤਾਂ ਉਹ ਕਹਿਣ ਲੱਗੀ, ਮੈਂ ਹੈਰਾਨ ਹੋ ਰਹੀ ਹਾਂ ਕਿ ਤੂੰ ਕਿੰਨਾ ਅਜੀਬ ਸ਼ਖਸ ਹੈ। ਮੈਂ ਕਿੰਨੇ ਦਿਨਾਂ ਤੋਂ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਤੂੰ ਪਰਵਾਹ ਹੀ ਨਹੀਂ ਕਰ ਰਿਹਾ। ਆਖਿਰ ਤੂੰ ਹੈ ਕੌਣ ਅਤੇ ਕੀ ਸਮਝਦਾ ਹੈ ਆਪਣੇ ਆਪ ਨੂੰ? ਪਰ ਅੱਜ ਵੀ ਉਸਨੇ ਕੋਈ ਜਵਾਬ ਨਹੀਂ ਦਿੱਤਾ। ਅਗਲੇ ਦਿਨ ਉਹ ਆਪਣੇ ਕਤਰ ਕੋਲ ਗਿਆ ਤੇ ਨਿੱਕੀ ਰਾਜਕੁਮਾਰੀ ਵਾਲੀ ਸਾਰੀ ਗੱਲ ਜਾ ਦੱਸੀ। ਕਤਰ ਨੇ ਕਿਹਾ, ਹੁਣ ਅਗਲੀ ਵਾਰ ਜੇ ਫਿਰ ਤੇਰਾ ਗਾਣਾ ਸੁਣ ਕੇ ਰਾਜਕੁਮਾਰੀ ਨੇ ਪੁੱਛਿਆ ਤਾਂ ਤੂੰ ਉਸਨੂੰ ਦੱਸ ਦੇਵੀਂ ਕਿ ਤੂੰ ਇੱਕ ਗਰੀਬ ਅਤੇ ਆਪਣੇ ਦੇਸ਼ 'ਚ ਇੱਥੇ ਨੌਕਰੀ ਲੱਭਣ ਆਇਆ ਹੈ। ਇਹ ਸਲਾਹ ਲੈ ਕੇ ਮੁੰਡਾ ਫਿਰ ਵਪਾਰੀ ਕੋਲ ਵਾਪਸ ਆ ਗਿਆ। ਉਸੇ ਤਰ੍ਹਾਂ ਰਾਤ ਨੂੰ ਜਦ ਸਾਰੇ ਸੌਂ ਗਏ ਤਾਂ ਰਾਜੇ ਦੇ ਬਾਗ ਵਿੱਚ ਜਾ ਕੇ ਫਿਰ ਗੀਤ ਗਾਉਣ ਲੱਗ ਪਿਆ। ਰਾਜਕੁਮਾਰੀ ਨੂੰ ਫਿਰ ਉਸਦੀ ਆਵਾਜ਼ ਨੇ ਧੂੰ ਪਾਈ। ਉਹ ਫਿਰ ਖਿੱਚੀ ਚਲੀ ਆਈ ਤੇ ਉਸਨੂੰ ਤਰਲੇ ਨਾਲ ਕਿਹਾ, ਤੂੰ ਬਹੁਤ ਹੀ ਸੋਹਣਾ ਗਾਉਂਦਾ ਏ, ਪਰ ਤੂੰ ਮੇਰੀ ਕਿਸੇ ਗੱਲ ਦਾ ਹੁੰਗਾਰਾ ਕਿਉਂ ਨਹੀਂ ਭਰਦਾ? ਤੂੰ ਦੱਸ ਤਾਂ ਸਹੀ, ਆਖਿਰ ਤੂੰ ਹੈ ਕੌਣ? ਮੈਂ ਇੱਕ ਗਰੀਬ ਆਦਮੀ ਹਾਂ। ਮੈਂ ਕਿਸੇ ਹੋਰ ਦੇਸ਼ ਵਿੱਚੋਂ ਨੌਕਰੀ ਦੀ ਤਲਾਸ਼ ਵਿੱਚ ਆਇਆ ਸਾਂ।
ਮੈਂ ਇੱਥੇ ਮਹਿਲਾਂ ਦੇ ਲਾਗੇ ਹੀ ਰਹਿੰਦੇ ਵਪਾਰੀ ਦੇ ਬਹੁਤ ਸਾਰੇ ਨੌਕਰਾਂ ਵਿੱਚੋਂ ਹੀ ਉਹਨਾਂ ਦਾ ਇੱਕ ਨੌਕਰ ਹਾਂ, ਮੁੰਡੇ ਨੇ ਦੱਸਿਆ। ਉਸ ਰਾਜਕੁਮਾਰੀ ਨੂੰ ਉਸ ਮੁੰਡੇ ਦੀ ਦਿਲ ਖਿੱਚਵੀਂ ਆਵਾਜ਼ ਅਤੇ ਸਾਦਗੀ ਭਾ ਗਈ। ਫਿਰ ਉਹ ਆਪਣੇ ਪਿਤਾ ਜੀ ਦੇ ਪਾਸ ਗਈ ਅਤੇ ਕਿਹਾ ਕਿ ਉਹ ਹੁਣ ਆਪਣੀ ਮਰਜ਼ੀ ਨਾਲ ਦੁਲਹਾ ਚੁਣਨ ਦੇ ਕਾਬਿਲ ਹੋ ਗਈ ਹੈ। ਉਸਦੇ ਪਿਤਾ ਨੂੰ ਆਪਣੀ ਲਾਡਲੀ ਦੇ ਮੂੰਹੋਂ ਇਹ ਸੁਣ ਕੇ ਬੜੀ ਖੁਸ਼ੀ ਹੋਈ, ਕਿਉਂਕਿ ਉਹ ਬੜੀ ਦੇਰ ਤੋਂ ਸ਼ਾਦੀ ਲਈ ਇਨਕਾਰ ਕਰ ਰਹੀ ਸੀ ਅਤੇ ਉਸਨੇ ਆਪਣੇ ਪਿਤਾ ਨੂੰ ਕਿਹਾ ਹੋਇਆ ਸੀ ਕਿ ਜਿਸ ਦਿਨ ਉਸਨੂੰ ਲੱਗਿਆ ਕਿ ਉਹ ਦੁਲਹਾ ਚੁਣਨ ਦੇ ਕਾਬਿਲ ਹੋ ਗਈ ਹੈ, ਆਪਣੇ ਆਪ ਪਿਤਾ ਜੀ ਨੂੰ ਕਹਿ ਦੇਵੇਗੀ। ਸੋ ਰਾਜੇ ਨੇ ਆਲੇ ਦੁਆਲੇ ਦੇ ਸਾਰੇ ਰਾਜਿਆਂ ਮਹਾਰਾਜਿਆਂ ਨੂੰ ਇਸ ਗੱਲ ਦੀ ਖਬਰ ਕਰ ਦਿੱਤੀ। ਦੁਲਹਾ ਚੁਣਨ ਦਾ ਦਿਨ ਮਿਥ ਲਿਆ ਗਿਆ ਤੇ ਨਾਲ ਹੀ ਇਹ ਵੀ ਸਾਫ਼-ਸਾਫ਼ ਦੱਸ ਦਿੱਤਾ ਕਿ ਜਿਸ ਦੇ ਗਲ ਵਿੱਚ ਵੀ ਉਸਦੀ ਧੀ ਮਰਜ਼ੀ ਨਾਲ ਵਰਮਾਲਾ ਪਹਿਨਾਏਗੀ, ਬਗੈਰ ਕਿਸੇ ਕਿੰਤੂ ਪਰੰਤੂ ਦੇ ਉਸਦਾ ਦੁਲਹਾ ਮੰਨ ਲਿਆ ਜਾਵੇਗਾ। ਜਿਸ ਕਿਸੇ ਨੂੰ ਵੀ ਇਹ ਸ਼ਰਤ ਮਨਜ਼ੂਰ ਨਾ ਹੋਵੇ, ਉਹ ਬੇਸ਼ੱਕ ਇਸ ਸਵੰਬਰ ਵਿੱਚ ਹਿੱਸਾ ਲੈਣ ਨਾ ਆਵੇ। ਪਰ ਸਭ ਨੇ ਇਹ ਸ਼ਰਤ ਮਨਜ਼ੂਰ ਕਰ ਲਈ। ਰਾਜੇ ਦੀ ਨਿੱਕੀ ਧੀ ਬਹੁਤ ਹੀ ਸੋਹਣੀ ਅਤੇ ਸਚਿਆਰੀ ਸੀ। ਹਰ ਕੋਈ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਸੀ। ਮਿੱਥੇ ਦਿਨ ਸਾਰੇ ਰਾਜਕੁਮਾਰ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਏ। ਰਾਜੇ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਅਗਲੀ ਸਵੇਰ ਸਾਰਿਆਂ ਨੂੰ ਆਪਣੇ ਵੱਡੇ ਸਾਰੇ ਬਾਗ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ ਅਤੇ ਕਿਹਾ ਕਿ ਮੇਰੀ ਬੇਟੀ ਆਪ ਸਭ ਨੂੰ ਵਾਰੀ-ਵਾਰੀ ਇੱਕ ਨਜ਼ਰ ਦੇਖੇਗੀ ਅਤੇ ਪਤਾ ਨਹੀਂ ਤੁਹਾਡੇ ਵਿੱਚੋਂ ਕਿਸ ਨੂੰ ਵਰਮਾਲਾ ਪਹਿਨਾਏਗੀ ਜਾਂ ਨਹੀਂ, ਇਹ ਪੂਰੀ ਤਰ੍ਹਾਂ ਉਸੇ ਤੇ ਨਿਰਭਰ ਕਰਦਾ ਹੈ। ਅਗਲੀ ਸਵੇਰ ਸਭ ਤੋਂ ਛੋਟੀ ਰਾਜਕੁਮਾਰੀ ਨੇ ਇੱਕ ਸ਼ਾਨਦਾਰ ਹਾਥੀ ਤਿਆਰ ਕਰਵਾਇਆ। ਸੋਹਣੇ-ਸੋਹਣੇ ਗਹਿਣੇ ਕੱਪੜੇ ਪਹਿਨੇ, ਹਾਥੀ ਨੂੰ ਨੀਲਾ ਰੰਗ ਕੇ ਉਸ ਦੀ ਸਵਾਰੀ ਕੀਤੀ ਅਤੇ ਆਪਣੇ ਹੱਥਾਂ ਵਿੱਚ ਸੋਨੇ ਦਾ ਹਾਰ ਫੜ ਲਿਆ। ਫਿਰ ਉਸ ਬਾਗ ਵਿੱਚ ਗਈ ਜਿੱਥੇ ਰਾਜੇ ਮਹਾਰਾਜੇ ਅਤੇ ਉਹਨਾਂ ਦੇ ਰਾਜਕੁਮਾਰ ਉਸ ਦੇ ਇੰਤਜ਼ਾਰ ਵਿੱਚ ਬੈਠੇ ਹੋਏ ਸਨ। ਉਹ ਮੁੰਡਾ ਜੋ ਵਪਾਰੀ ਦਾ ਨੌਕਰ ਸੀ, ਉਹ ਵਪਾਰੀ ਦੇ ਨੌਕਰਾਂ ਨਾਲ ਇਹ ਨਜ਼ਾਰਾ ਵੇਖਣ ਆਇਆ ਹੋਇਆ ਸੀ। ਰਾਜਕੁਮਾਰੀ ਨੇ ਹਾਥੀ ਤੇ ਚੜ੍ਹ ਕੇ ਸਾਰੇ ਬਾਗ ਦਾ ਇੱਕ ਚੱਕਰ ਲਾਇਆ। ਸਾਰਿਆਂ ਨੂੰ ਇੱਕ ਨਜ਼ਰ ਵੇਖਣ ਤੋਂ ਬਾਅਦ ਉਹ ਸੋਨੇ ਦਾ ਹਾਰ ਉਸ ਵਪਾਰੀ ਦੇ ਨੌਕਰ ਦੇ ਗਲ ਪਾ ਦਿੱਤਾ। ਇਹ ਵੇਖ ਕੇ ਸਾਰੇ ਰਾਜੇ ਮਹਾਰਾਜੇ ਹੱਸ ਪਏ ਅਤੇ ਹੈਰਾਨ ਹੀ ਰਹਿ ਗਏ। ਫਿਰ ਉਹਨਾਂ ਨੇ ਕਿਹਾ, ਭਲਾ ਇਹ ਕੀ ਮਜ਼ਾਕ ਹੋਇਆ, ਤੇ ਉਸ ਗਰੀਬ ਮੁੰਡੇ ਦੇ ਗਲੋਂ ਹਾਰ ਲਾ ਕੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਫਿਰ ਰਾਜੇ ਦੀ ਬੇਟੀ ਦੁਬਾਰਾ ਚੱਕਰ ਲਗਾਉਣ ਲੱਗੀ। ਹੱਥ ਵਿੱਚ ਉਹੀ ਹਾਰ ਦੁਬਾਰਾ ਫੜਾ ਦਿੱਤਾ ਗਿਆ। ਇੱਕ ਵਾਰੀ ਫਿਰ ਉਸਨੇ ਉਸ ਮੁੰਡੇ ਨੂੰ ਬੁਲਵਾ ਕੇ ਉਸਦੇ ਗਲ ਵਿੱਚ ਹਾਰ ਪਾ ਦਿੱਤਾ। ਜਦੋਂ ਫਿਰ ਉਸਨੂੰ ਬਾਹਰ ਕੱਢਣ ਲੱਗੇ ਤਾਂ ਰਾਜਕੁਮਾਰੀ ਨੇ ਕਿਹਾ, ਕੋਈ ਇਸ ਨੂੰ ਕੁਝ ਨਹੀਂ ਕਹੇਗਾ, ਇਸ ਨੂੰ ਇਕੱਲਾ ਛੱਡ ਦਿਓ। ਫਿਰ ਉਸਨੇ ਉਸ ਮੁੰਡੇ ਨੂੰ ਹਾਥੀ ਉੱਤੇ ਬਿਠਾਇਆ ਅਤੇ ਆਪਣੇ ਨਾਲ ਮਹਿਲ ਵਿੱਚ ਲੈ ਗਈ। ਰਾਜਕੁਮਾਰੀ ਦਾ ਉਸ ਮੁੰਡੇ ਨਾਲ ਵਿਆਹ ਕਰ ਦਿੱਤਾ ਗਿਆ। ਉਸ ਰਾਜਕੁਮਾਰੀ ਦੀਆਂ ਬਾਕੀ 6 ਭੈਣਾਂ ਦੇ ਵਿਆਹ ਰਾਜਕੁਮਾਰਾਂ ਨਾਲ ਹੋ ਗਏ ਸਨ। ਉਸਦੀਆਂ ਸਾਰੀਆਂ ਭੈਣਾਂ ਆਪਣੀ ਭੈਣ ਦੀ ਚੋਣ ਤੇ ਹੈਰਾਨ ਵੀ ਹੁੰਦੀਆਂ ਤੇ ਬਹੁਤ ਮਜ਼ਾਕ ਵੀ ਉਡਾਉਂਦੀਆਂ। 6 ਭੈਣਾਂ ਦੇ ਪਤੀ ਰੋਜ਼ ਸ਼ਿਕਾਰ ਖੇਡਣ ਜਾਂਦੇ ਅਤੇ ਰੋਜ਼ ਆਪਣੀਆਂ ਪਤਨੀਆਂ ਲਈ ਕਿੰਨਾ ਕੁਝ ਸ਼ਿਕਾਰ ਕਰਕੇ ਲਿਆਉਂਦੇ, ਪਰ ਨਿੱਕੀ ਰਾਜਕੁਮਾਰੀ ਦਾ ਪਤੀ ਸਾਰਾ ਦਿਨ ਘਰੇ ਹੀ ਰਹਿੰਦਾ, ਕਦੇ ਵੀ ਸ਼ਿਕਾਰ ਕਰਨ ਨਹੀਂ ਸੀ ਜਾਂਦਾ। ਇੱਕ ਦਿਨ ਰਾਜਕੁਮਾਰੀ ਨੇ ਆਪਣੇ ਪਤੀ ਨੂੰ ਕਿਹਾ, ਮੈਨੂੰ ਮੇਰੀਆਂ ਭੈਣਾਂ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਹਨ ਕਿ ਮੇਰਾ ਪਤੀ ਕਦੇ ਵੀ ਕੁਝ ਸ਼ਿਕਾਰ ਕਰਕੇ ਨਹੀਂ ਲਿਆਉਂਦਾ। ਇੱਕ ਦਿਨ ਉਸਦੇ ਪਤੀ ਨੇ ਕਿਹਾ ਕਿ ਉਹ ਬਾਹਰ ਸੈਰ ਕਰਨ ਜਾ ਰਿਹਾ ਹੈ। ਉਸਦੀ ਪਤਨੀ ਨੇ ਕਿਹਾ ਕਿ ਉਹ ਘੋੜਾ ਲੈ ਜਾਵੇ, ਪਰ ਉਹ ਕਹਿਣ ਲੱਗਾ ਕਿ ਉਹ ਪੈਦਲ ਹੀ ਜਾਣਾ ਚਾਹੁੰਦਾ ਹੈ। ਫਿਰ ਉਹ ਜੰਗਲ ਵਿੱਚ ਗਿਆ ਜਿੱਥੇ ਉਹ ਆਪਣੇ ਪਿਆਰੇ ਘੋੜੇ ਕਤਰ ਨੂੰ ਖੋਤਾ ਬਣਾ ਕੇ ਛੱਡ ਆਇਆ ਸੀ। ਉਸਨੇ ਕਤਰ ਨੂੰ ਮਿਲ ਕੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਸ ਨਾਲ ਰਾਜਕੁਮਾਰੀ ਨੇ ਵਿਆਹ ਕਰਵਾ ਲਿਆ ਅਤੇ ਕਿਵੇਂ ਰਾਜਕੁਮਾਰੀ ਦਾ ਸਭ ਨੇ ਮਜ਼ਾਕ ਉਡਾਇਆ ਸੀ ਅਤੇ ਹੁਣ ਉਸਨੂੰ ਮੇਰੇ ਕਰਕੇ ਕਿੰਨੀਆਂ ਗੱਲਾਂ ਸੁਣਨੀਆਂ ਪੈ ਰਹੀਆਂ ਹਨ ਕਿ ਮੈਂ ਇੱਕ ਕੋਝਾ ਅਤੇ ਬਹੁਤ ਹੀ ਸਧਾਰਨ ਜਿਹਾ ਮੁੰਡਾ ਹਾਂ ਜੋ ਕੁਝ ਵੀ ਕਰਨਾ ਨਹੀਂ ਜਾਣਦਾ, ਸ਼ਿਕਾਰ ਵੀ ਕਰਨ ਨਹੀਂ ਜਾਂਦਾ, ਮੇਰੇ ਸਾਂਢੂ ਵੀ ਮੈਨੂੰ ਟਿੱਚ ਨਹੀਂ ਜਾਣਦੇ, ਮੇਰੀ ਪਤਨੀ ਵੀ ਇਹਨਾਂ ਗੱਲਾਂ ਕਰਕੇ ਬੜੀ ਉਦਾਸ ਰਹਿੰਦੀ ਹੈ। ਅੱਜ ਮੈਂ ਵੀ ਸ਼ਿਕਾਰ ਕਰਕੇ ਲਿਜਾਣਾ ਚਾਹੁੰਦਾ ਹਾਂ ਤਾਂ ਕਿ ਮੇਰੀ ਪਿਆਰੀ ਪਤਨੀ ਨੂੰ ਹੋਰ ਜਲੀਲ ਨਾ ਹੋਣਾ ਪਵੇ। ਅੱਛਾ, ਇਹ ਗੱਲ ਹੈ, ਚੱਲ ਫਿਰ ਮੇਰਾ ਖੱਬਾ ਕੰਨ ਮਰੋੜ, ਕਤਰ ਨੇ ਕਿਹਾ। ਤੇ ਜਿਉਂ ਹੀ ਉਸਨੇ ਕਤਰ ਦਾ ਖੱਬਾ ਕੰਨ ਮਰੋੜਿਆ, ਉਹ ਮੁੜ ਖੋਤੇ ਤੋਂ ਘੋੜਾ ਬਣ ਗਿਆ। ਹੁਣ ਕਤਰ ਨੇ ਕਿਹਾ, ਹੁਣ ਤੂੰ ਆਪਣਾ ਖੱਬਾ ਕੰਨ ਮਰੋੜ। ਜਦੋਂ ਮੁੰਡੇ ਨੇ ਆਪਣਾ ਖੱਬਾ ਕੰਨ ਮਰੋੜਿਆ ਤਾਂ ਉਹ ਬਹੁਤ ਹੀ ਖੂਬਸੂਰਤ ਨੌਜਵਾਨ ਬਣ ਗਿਆ ਜਿਸ ਦੇ ਮੱਥੇ ਉੱਤੇ ਚੰਨ ਅਤੇ ਠੋਡੀ ਉੱਤੇ ਤਾਰਾ ਸੀ। ਫਿਰ ਉਸਨੇ ਆਪਣੀ ਸ਼ਾਨਦਾਰ ਪੋਸ਼ਾਕ ਪਹਿਨੀ, ਫਿਰ ਆਪਣੇ ਪਿਆਰੇ ਘੋੜੇ ਨੂੰ ਕਾਠੀ ਅਤੇ ਲਗਾਮ ਪਹਿਨਾਈ, ਉਸ ਦੀ ਪਿੱਠ ਉੱਤੇ ਪਲਾਕੀ ਮਾਰ ਕੇ ਚੜ੍ਹ ਗਿਆ। ਉਸਦੇ ਹੱਥ ਵਿੱਚ ਤਲਵਾਰ ਅਤੇ ਮੋਢੇ ਉੱਤੇ ਬੰਦੂਕ ਸੀ ਅਤੇ ਫਿਰ ਉਹ ਸ਼ਿਕਾਰ ਕਰਨ ਤੁਰ ਪਿਆ। ਉਹ ਸ਼ਿਕਾਰ ਕਰਦਾ ਜੰਗਲ ਵਿੱਚ ਬੜੀ ਦੂਰ ਨਿਕਲ ਗਿਆ। ਬਹੁਤ ਸਾਰੇ ਪੰਛੀਆਂ ਤੇ ਜਾਨਵਰਾਂ ਦਾ ਸ਼ਿਕਾਰ ਕੀਤਾ। ਉਸ ਦਿਨ ਉਸਦੇ 6 ਸਾਂਢੂਆਂ ਨੂੰ ਕੋਈ ਸ਼ਿਕਾਰ ਨਾ ਮਿਲਿਆ। ਉਹ ਸਾਰਾ ਦਿਨ ਭੁੱਖੇ ਪਿਆਸੇ ਜੰਗਲ ਵਿੱਚ ਭਟਕਦੇ ਰਹੇ। ਉਹਨਾਂ ਕੋਲ ਖਾਣ ਪੀਣ ਲਈ ਕੁਝ ਵੀ ਨਹੀਂ ਸੀ।
ਉਹਨੇ ਚਿਰ ਨੂੰ ਉਹਨਾਂ ਦੇ ਲਾਗੇ ਆ ਕੇ ਬਾਂਕਾ ਰਾਜਕੁਮਾਰ ਆਣ ਕੇ ਰੁੱਖ ਦੀ ਢੋਹ ਲਾ ਕੇ ਬੈਠ ਗਿਆ। ਉਸ ਦੇ ਸਾਂਢੂਆਂ ਨੇ ਉਸ ਨੂੰ ਬਿਲਕੁਲ ਵੀ ਨਹੀਂ ਪਹਿਚਾਨਿਆ। ਉਹਨਾਂ ਨੇ ਵੇਖਿਆ ਕਿ ਉਸ ਕੋਲ ਖਾਣ ਪੀਣ ਨੂੰ ਬਹੁਤ ਕੁਛ ਹੈ। ਉਹ ਉਸ ਵੱਲ ਵੇਖ ਕੇ ਇੱਕ ਦੂਜੇ ਨੂੰ ਕਹਿਣ ਲੱਗੇ, ਇਹ ਅੰਤਾਂ ਦਾ ਸੋਹਣਾ ਭਲਾ ਕਿਸ ਦੇਸ਼ ਦਾ ਰਾਜਕੁਮਾਰ ਹੋ ਸਕਦਾ ਹੈ? ਇੰਨਾ ਸੋਹਣਾ ਨੌਜਵਾਨ ਤਾਂ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਵੇਖਿਆ। ਇਸਨੇ ਤਾਂ ਸ਼ਿਕਾਰ ਵੀ ਕਿੰਨਾ ਖੇਡ ਲਿਆ ਹੈ, ਸਾਨੂੰ ਤਾਂ ਅੱਜ ਕੁਝ ਵੀ ਨਹੀਂ ਲੱਭਾ, ਭੁੱਖ ਨਾਲ ਜਾਨ ਨੂੰ ਬਣੀ ਹੋਈ ਹੈ। ਫਿਰ ਉਹ ਸਾਰੇ ਜਣੇ ਉੱਠ ਕੇ ਉਸਦੇ ਕੋਲ ਆਏ ਅਤੇ ਵਾਰ-ਵਾਰ ਸਲਾਮ ਕੀਤੀ। ਉਹਨਾਂ ਨੇ ਬੜੇ ਹੀ ਤਰਲੇ ਨਾਲ ਕਿਹਾ ਕਿ ਉਹਨਾਂ ਨੂੰ ਕੁਝ ਖਾਣ ਨੂੰ ਦੇ ਦੇਵੇ, ਕਿਉਂਕਿ ਭੁੱਖ ਨਾਲ ਉਹਨਾਂ ਦੀ ਜਾਨ ਨਿਕਲਦੀ ਜਾ ਰਹੀ ਹੈ। ਪਹਿਲਾਂ ਦੱਸੋ, ਤੁਸੀਂ ਹੋ ਕੌਣ? ਰਾਜਕੁਮਾਰ ਨੇ ਪੁੱਛਿਆ। ਅਸੀਂ ਇੱਥੋਂ ਦੇ ਰਾਜੇ ਦੇ 6 ਜਵਾਈ ਹਾਂ। ਅਸੀਂ ਸਵੇਰ ਦੇ ਸ਼ਿਕਾਰ ਕਰਨ ਲਈ ਭਟਕਦੇ ਰਹੇ ਹਾਂ, ਪਰ ਅੱਜ ਸਾਨੂੰ ਕੋਈ ਸ਼ਿਕਾਰ ਨਸੀਬ ਨਹੀਂ ਹੋਇਆ ਅਤੇ ਨਾ ਹੀ ਕਿਤੇ ਕੁਝ ਖਾਣ ਲਈ ਮਿਲਿਆ। ਚਲੋ ਠੀਕ ਹੈ, ਮੈਂ ਤੁਹਾਨੂੰ ਜ਼ਰੂਰ ਖਾਣ ਪੀਣ ਲਈ ਦੇਵਾਂਗਾ, ਪਰ ਤੁਹਾਨੂੰ ਮੇਰੀ ਇੱਕ ਗੱਲ ਮੰਨਣੀ ਪਵੇਗੀ। ਮਨਜ਼ੂਰ ਹੈ ਜੀ, ਤੁਸੀਂ ਦੱਸੋ ਅਸੀਂ ਤੁਹਾਡੇ ਲਈ ਕੀ ਕਰ ਸਕਦੇ ਹਾਂ? ਤੁਸੀਂ ਮੈਨੂੰ ਸਾਰੇ ਜਣੇ ਵਾਰੀ-ਵਾਰੀ ਆਪਣੇ ਮੋਢਿਆਂ ਤੇ ਗਰਮ-ਗਰਮ ਪੈਸੇ ਦਾ ਨਿਸ਼ਾਨ ਬਣਾ ਲੈਣ ਦਿਓ, ਰਾਜਕੁਮਾਰ ਨੇ ਕਿਹਾ। ਸਾਰੇ ਇਹ ਸੋਚ ਕੇ ਮੰਨ ਗਏ, ਭਈ ਇਹ ਕਿਹੜਾ ਦਿਸਣਾ ਹੈ, ਕੱਪੜੇ ਥੱਲੇ ਲੁਕਿਆ ਹੀ ਤਾਂ ਰਹੇਗਾ। ਪਰ ਜੇ ਸਾਨੂੰ ਹੁਣੇ ਹੀ ਖਾਣ ਨੂੰ ਕੁਝ ਨਾ ਮਿਲਿਆ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਉਹਨਾਂ ਸਾਰਿਆਂ ਨੇ ਰਾਜਕੁਮਾਰ ਤੋਂ ਨਿਸ਼ਾਨ ਬਣਵਾ ਲਿਆ ਤੇ ਰਾਜਕੁਮਾਰ ਨੇ ਉਹਨਾਂ ਨੂੰ ਬਹੁਤ ਵਧੀਆ ਖਾਣਾ ਖਵਾਇਆ। ਤਕਾਲਾ ਨੂੰ ਜਦੋਂ ਨਿੱਕਾ ਰਾਜਕੁਮਾਰ ਮਹਿਲਾਂ ਵਿੱਚ ਵਾਪਸ ਆਇਆ ਤਾਂ ਉਸਨੂੰ ਕਿਸੇ ਪਹਿਚਾਨਿਆ ਹੀ ਨਹੀਂ। ਮਹਿਲਾਂ ਦੇ ਬਾਹਰ ਖੜੇ ਦਰਬਾਨਾਂ ਨੇ ਵੀ ਉਸਨੂੰ ਨਹੀਂ ਪਹਿਚਾਨਿਆ। ਹਾਰ ਕੇ ਉਸਨੇ ਕਿਹਾ, ਜਾਓ ਜਾ ਕੇ ਛੋਟੀ ਰਾਜਕੁਮਾਰੀ ਯਾਨੀ ਮੇਰੀ ਪਤਨੀ ਨੂੰ ਬੁਲਾ ਕੇ ਲਿਆਓ। ਜਦੋਂ ਉਸਦੀ ਪਤਨੀ ਨੇ ਬਾਹਰ ਨਿਕਲ ਕੇ ਵੇਖਿਆ, ਉਸਨੇ ਕਿਹਾ, ਇਹ ਤਾਂ ਕੋਈ ਬਹੁਤ ਹੀ ਸੋਹਣਾ ਰਾਜਕੁਮਾਰ ਲੱਗਦਾ ਹੈ। ਮੇਰਾ ਪਤੀ ਤਾਂ ਬਿਲਕੁਲ ਇਸ ਦੇ ਉਲਟ ਹੈ। ਪਰ ਮੈਂ ਹੀ ਤੇਰਾ ਪਤੀ ਹਾਂ। ਰਾਜਕੁਮਾਰ ਨੇ ਆਪਣੀ ਅਤੇ ਰਾਜਕੁਮਾਰੀ ਦੀ ਪਹਿਲੀ ਤੋਂ ਆਖਰੀ ਮੁਲਾਕਾਤ ਤੱਕ ਉਹਨਾਂ ਦੀਆਂ ਸਾਰੀਆਂ ਮੁਲਾਕਾਤਾਂ ਦੀ ਇੱਕ-ਇੱਕ ਗੱਲ ਚੇਤੇ ਕਰਵਾ ਦਿੱਤੀ। ਆਖਿਰ ਉਹ ਮੰਨ ਗਈ। ਹੁਣ ਉਹ ਖੁਸ਼ੀ ਵਿੱਚ ਫੁੱਲੀ ਨਹੀਂ ਸੀ ਸਮਾ ਰਹੀ। ਇੰਨਾ ਜ਼ਿਆਦਾ ਸੋਹਣਾ ਹੈ ਮੇਰਾ ਪਤੀ, ਉਹਦੇ ਮੱਥੇ ਉੱਤੇ ਚੰਨ ਅਤੇ ਠੋਡੀ ਉੱਤੇ ਤਾਰਾ ਹੈ। ਉਹ ਚਾਈਂ-ਚਾਈਂ ਆਪਣੇ ਬਾਂਕੇ ਪਤੀ ਨੂੰ ਮਹਿਲਾਂ ਵਿੱਚ ਆਪਣੇ ਪਿਤਾ ਪਾਸ ਲੈ ਆਈ। ਫਿਰ ਮਹਿਲਾਂ ਦੇ ਇੱਕ-ਇੱਕ ਜੀ ਨੂੰ ਮਿਲਵਾਇਆ। ਇੱਕ ਦਿਨ ਰਾਜਾ ਤੇ ਉਸਦੇ 7 ਜਵਾਈ ਭਾਈ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋਏ। ਦਰਬਾਰ ਜਨਤਾ ਨਾਲ ਭਰਿਆ ਹੋਇਆ ਸੀ। ਛੋਟੇ ਜਵਾਈ ਨੇ ਉੱਠ ਕੇ ਰਾਜੇ ਨੂੰ ਕਿਹਾ, ਤੁਹਾਡੇ ਦਰਬਾਰ ਵਿੱਚ 6 ਚੋਰ ਵੜ ਗਏ ਨੇ, ਉਹਨਾਂ ਨੂੰ ਬਾਹਰ ਕੱਢੋ। 6 ਚੋਰ? ਹੈਂ, ਕਿੱਥੇ ਨੇ ਉਹ? ਪੇਸ਼ ਕਰੋ ਉਹਨਾਂ ਨੂੰ ਮੇਰੇ ਸਾਹਮਣੇ। ਇਹ ਸੁਣ ਕੇ ਸਾਰੇ ਲੋਕ ਹੈਰਾਨ ਪਰੇਸ਼ਾਨ ਹੋ ਗਏ। ਉਹ ਖੜੇ ਨੇ 6 ਚੋਰ। ਉਸਨੇ ਆਪਣੇ ਸਾਹਮਣੇ ਖੜੇ ਆਪਣੇ ਸਾਂਢੂਆਂ ਵੱਲ ਇਸ਼ਾਰਾ ਕਰਕੇ ਕਿਹਾ ਅਤੇ ਇਹ ਵੀ ਕਿਹਾ ਕਿ ਜੇ ਤੁਹਾਨੂੰ ਨਹੀਂ ਯਕੀਨ ਤਾਂ ਇਹਨਾਂ ਸਾਰਿਆਂ ਦੇ ਕੱਪੜੇ ਉਤਰਵਾ ਕੇ ਵੇਖੋ, ਇਹਨਾਂ ਸਾਰਿਆਂ ਦੀ ਪਿੱਠ ਉੱਤੇ ਪੈਸੇ ਦਾ ਨਿਸ਼ਾਨ ਬਣਿਆ ਹੋਇਆ ਹੈ ਕਿ ਨਹੀਂ। ਸਾਰੇ ਜਵਾਈਆਂ ਨੂੰ ਬੜੀ ਹੀ ਸ਼ਰਮ ਆਈ, ਪਰ ਨਿੱਕਾ ਰਾਜਕੁਮਾਰ ਬਹੁਤ ਖੁਸ਼ ਹੋਇਆ, ਕਿਉਂਕਿ ਉਹ ਭੁੱਲਿਆ ਨਹੀਂ ਸੀ ਜਦੋਂ ਉਹ ਗੱਲ ਤੇ ਉਸਦੀ ਬੇਇੱਜ਼ਤੀ ਕਰਦੇ ਹੁੰਦੇ ਸਨ, ਜਦੋਂ ਉਹ ਗਰੀਬ ਸੀ ਅਤੇ ਸਧਾਰਨ ਆਦਮੀ ਦਿਸਦਾ ਸੀ। ਹੁਣ ਕਤਰ ਨੇ ਉਸ ਰਾਜਕੁਮਾਰ ਨੂੰ ਉਸਦੇ ਜਨਮ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਜਾਣਕਾਰੀ ਦੇ ਦਿੱਤੀ। ਹੁਣ ਉਹ ਵਾਪਸ ਉਸਨੂੰ ਉਸਦੇ ਪਿਤਾ ਕੋਲ ਲਿਜਾਣਾ ਚਾਹੁੰਦਾ ਸੀ, ਸੋ ਉਸਨੇ ਆਪਣੀ ਪਤਨੀ ਕੋਲ ਆਪਣੇ ਦੇਸ਼ ਜਾ ਕੇ ਆਪਣੇ ਮਾਤਾ-ਪਿਤਾ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਸਦੀ ਪਤਨੀ ਨੇ ਜਾ ਕੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਮੇਰਾ ਪਤੀ ਆਪਣੇ ਮੁਲਕ ਜਾ ਕੇ ਆਪਣੇ ਮਾਤਾ-ਪਿਤਾ ਨੂੰ ਮਿਲਣਾ ਚਾਹੁੰਦਾ ਹੈ, ਕਿ ਅਸੀਂ ਦੋਵੇਂ ਜਣੇ ਜਾ ਕੇ ਮਿਲ ਆਈਏ। ਰਾਜੇ ਨੇ ਆਪਣੇ ਧੀ ਜਵਾਈ ਨੂੰ ਬਹੁਤ ਕੀਮਤੀ ਤੋਹਫੇ, ਬਹੁਤ ਸਾਰੇ ਘੋੜੇ, ਹਾਥੀ ਅਤੇ ਇਸ ਤੋਂ ਇਲਾਵਾ ਉਹਨਾਂ ਦੀ ਹਿਫਾਜ਼ਤ ਲਈ ਬਹੁਤ ਸਾਰੇ ਸਿਪਾਹੀ ਅਤੇ ਅਸਲਾ ਵੀ ਨਾਲ ਦੇ ਦਿੱਤਾ। ਜਦੋਂ ਆਪਣੇ ਰਾਜ ਵਿੱਚ ਪਹੁੰਚੇ ਤਾਂ ਉਹਨਾਂ ਨੇ ਉਸ ਰਾਜ ਦੇ ਬਾਰ-ਬਾਰ ਬਹੁਤ ਸਾਰੇ ਤੰਬੂ ਲਾ ਲਏ, ਹਾਥੀ ਘੋੜੇ ਉੱਥੇ ਬੰਨ੍ਹ ਦਿੱਤੇ। ਜਦ ਰਾਜੇ ਨੂੰ ਉਹਨਾਂ ਦੀ ਸ਼ਾਨੋ ਸ਼ੌਕਤ ਦਾ ਪਤਾ ਲੱਗਾ ਤਾਂ ਉਸਨੇ ਸਮਝਿਆ ਕਿ ਕੋਈ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਉਸਦੇ ਮੁਲਕ ਤੇ ਹਮਲਾ ਕਰਨ ਆਇਆ ਹੈ। ਉਸਨੇ ਆਪਣਾ ਇੱਕ ਨੌਕਰ ਪਤਾ ਕਰਨ ਲਈ ਘੱਲਿਆ ਕਿ ਉਹ ਕਿਸ ਮੁਲਕ ਦੇ ਰਾਜੇ ਦਾ ਪੜਾਓ ਹੈ ਅਤੇ ਕੀ ਉਹ ਸਾਡੇ ਦੇਸ਼ ਤੇ ਹਮਲਾ ਕਰਨ ਤਾਂ ਨਹੀਂ ਆਇਆ। ਜਵਾਬ ਵਿੱਚ ਰਾਜਕੁਮਾਰ ਨੇ ਉਸ ਰਾਜੇ ਨੂੰ ਬੜੇ ਹੀ ਪਿਆਰ ਨਾਲ ਚਿੱਠੀ ਲਿਖੀ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ਅਸੀਂ ਇੱਥੇ ਕਿਸੇ ਤੇ ਕੋਈ ਹਮਲਾ ਕਰਨ ਦੇ ਇਰਾਦੇ ਨਾਲ ਨਹੀਂ ਆਏ। ਮੈਂ ਤਾਂ ਤੁਹਾਡੇ ਤੇ ਹਮਲਾ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਕਿਉਂਕਿ ਤੁਸੀਂ ਤਾਂ ਮੇਰੇ ਪਿਤਾ ਵਾਂਗ ਹੋ ਅਤੇ ਮੈਂ ਤੁਹਾਡੇ ਪੁੱਤਰ ਵਾਂਗ ਹਾਂ। ਮੈਂ ਤਾਂ ਸਿਰਫ ਤੁਹਾਡਾ ਦੇਸ਼ ਵੇਖਣ ਆਇਆ ਹਾਂ ਤੇ ਤੁਹਾਡੇ ਨਾਲ ਗੱਲਾਂ ਕਰਨ ਆਇਆ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੜੀ ਵੱਡੀ ਦਾਵਤ ਦੇਣੀ ਚਾਹੁੰਦਾ ਹਾਂ। ਮੇਰੀ ਬੇਨਤੀ ਹੈ ਕਿ ਤੁਸੀਂ ਸਭ ਅਮੀਰ, ਗਰੀਬ, ਸਾਧੂ, ਫਕੀਰ ਸਾਰੇ ਹੀ ਇਸ ਦਾਵਤ ਵਿੱਚ ਸ਼ਾਮਿਲ ਹੋਵੋ। ਰਾਜੇ ਨੇ ਜਦ ਚਿੱਠੀ ਪੜ੍ਹੀ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੋ ਗਿਆ। ਉਸਨੇ ਉਸਦੀ ਦਾਵਤ ਮਨਜ਼ੂਰ ਕਰ ਲਈ ਅਤੇ ਸਭਨਾਂ ਨੂੰ ਚੰਗੀ ਤਰ੍ਹਾਂ ਤਿਆਰ ਵਰਤਿਆਰ ਕਰ ਲਿਆ ਤੇ ਬੜੀ ਧੂਮ-ਧਾਮ ਨਾਲ ਰਾਜਕੁਮਾਰ ਦੇ ਪੜਾਓ ਵੱਲ ਤੁਰ ਪਿਆ। ਜਦੋਂ ਇਹ ਕਾਫਲਾ ਉੱਥੇ ਪਹੁੰਚਿਆ ਤਾਂ ਰਾਜਕੁਮਾਰ ਨੇ ਆਣੇ ਪਿਤਾ ਦੇ
ਤਾਂ ਰਾਜਕੁਮਾਰ ਨੇ ਆਪਣੇ ਪਿਤਾ ਦੇ ਪੈਰ ਛੂਹੇ ਅਤੇ ਬੜੀ ਨਿਮਰਤਾ ਨਾਲ ਪਿਤਾ ਨੂੰ ਪੁੱਛਿਆ ਕਿ ਸਾਰੇ ਜਣੇ ਆ ਗਏ ਨੇ। ਰਾਜੇ ਨੇ ਦੱਸਿਆ ਕਿ ਸਾਰੇ ਹੀ ਪਹੁੰਚ ਗਏ ਹਾਂ। ਰਾਜੇ ਨੂੰ ਰਾਜਕੁਮਾਰ ਨੇ ਦੁਬਾਰਾ ਪੁੱਛਿਆ ਕਿ ਇੱਕ ਵਾਰ ਫਿਰ ਵੇਖ ਲਵੋ ਕਿ ਸੱਚਮੁੱਚ ਸਾਰੇ ਜਣੇ ਪਹੁੰਚ ਗਏ ਨੇ। ਰਾਜੇ ਨੇ ਕਿਹਾ ਕਿ ਸਾਰੇ ਹੀ ਪਹੁੰਚ ਗਏ ਹਨ। ਰਾਜਕੁਮਾਰ ਨੇ ਉਸਦੀਆਂ ਚਾਰੇ ਰਾਣੀਆਂ ਖੜੀਆਂ ਵੇਖੀਆਂ ਤਾਂ ਰਾਜੇ ਨੂੰ ਕਿਹਾ, ਤੁਹਾਡੀ ਮਾਲੀ ਦੀ ਧੀ ਨਜ਼ਰ ਨਹੀਂ ਆਉਂਦੀ ਪਈ? ਹਾਂ ਹਾਂ, ਉਹ ਨਹੀਂ ਆਈ, ਮੈਨੂੰ ਚੇਤਾ ਨਹੀਂ ਰਿਹਾ। ਰਾਜੇ ਨੇ ਰਾਜਕੁਮਾਰ ਨੂੰ ਕਿਹਾ ਕਿ ਮੇਰੀ ਦਾਵਤ ਵਿੱਚ ਹਰ ਕਿਸੇ ਨੂੰ ਬੁਲਵਾ ਦਿਓ। ਫਿਰ ਜਦੋਂ ਉਸਨੂੰ ਤਿਆਰ ਕਰਕੇ ਉੱਥੇ ਲਿਆਂਦਾ ਗਿਆ ਤਾਂ ਰਾਜਕੁਮਾਰ ਨੇ ਕਈ ਵਾਰ ਉਸਨੂੰ ਸਲਾਮ ਕੀਤੀ ਅਤੇ ਬੜੇ ਹੀ ਪਿਆਰ ਨਾਲ ਫੜ ਕੇ ਪੜਾਓ ਵਿੱਚ ਲਿਆਇਆ। ਬਾਕੀ ਚੌਹਾਂ ਰਾਣੀਆਂ ਵੱਲ ਵੇਖਿਆਂ ਵੀ ਚੱਜ ਨਾਲ ਨਹੀਂ ਸੀ। ਜਦੋਂ ਖਾਣਾ ਸ਼ੁਰੂ ਹੋਇਆ ਤਾਂ ਰਾਜਕੁਮਾਰੀ ਮਾਲੀ ਦੀ ਬੇਟੀ ਦਾ ਉਚੇਚੇ ਤੌਰ ਤੇ ਧਿਆਨ ਰੱਖਿਆ ਗਿਆ। ਰਾਜਾ ਉਸਦੇ ਇੰਨੇ ਪਿਆਰੇ ਵਰਤਾਓ ਤੋਂ ਬਹੁਤ ਖੁਸ਼ ਵੀ ਹੋ ਰਿਹਾ ਸੀ ਅਤੇ ਹੈਰਾਨ ਵੀ। ਇੰਨਾ ਸੋਹਣਾ ਜਵਾਨ ਉਸਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਨਹੀਂ ਸੀ ਵੇਖਿਆ। ਫਿਰ ਰਾਜਕੁਮਾਰ ਨੇ ਰਾਜੇ ਨੂੰ ਪੁੱਛਿਆ ਕਿ ਤੁਹਾਡੀ ਕੋਈ ਔਲਾਦ ਹੈ? ਨਹੀਂ, ਮੇਰੀ ਕੋਈ ਔਲਾਦ ਨਹੀਂ ਹੈ, ਪਰ ਮੈਨੂੰ ਦੱਸ ਤੂੰ ਕੌਣ ਹੈ? ਮੈਂ ਤੁਹਾਡਾ ਹੀ ਬੇਟਾ ਹਾਂ ਅਤੇ ਉਹ ਮਾਲੀ ਦੀ ਧੀ ਮੇਰੀ ਮਾਂ ਹੈ, ਰਾਜਕੁਮਾਰ ਨੇ ਬੜੇ ਫਕਰ ਨਾਲ ਦੱਸਿਆ। ਰਾਜੇ ਨੇ ਉਦਾਸ ਜਿਹਾ ਹੋ ਕੇ ਕਿਹਾ, ਮੇਰੀ ਐਡੀ ਕਿਸਮਤ ਕਿੱਥੇ, ਮੇਰੇ ਘਰ ਤਾਂ ਕਿਸੇ ਬੱਚੇ ਨੇ ਜਨਮ ਹੀ ਨਹੀਂ ਲਿਆ। ਪਰ ਇਹ ਸੱਚ ਹੈ ਕਿ ਮੈਂ ਤੁਹਾਡਾ ਬੇਟਾ ਹਾਂ ਤੇ ਤੁਹਾਡੇ ਘਰ ਹੀ ਜਨਮ ਲਿਆ ਹੈ, ਰਾਜਕੁਮਾਰ ਨੇ ਕਿਹਾ। ਪਤਾ ਨਹੀਂ ਤੂੰ ਕੀ ਕਹਿ ਰਿਹਾ ਹੈ, ਕਾਸ਼ ਕਿ ਸੱਚ ਹੁੰਦਾ। ਤੇਰੇ ਵਰਗਾ ਬੱਚਾ ਤਾਂ ਮੇਰਾ ਸੁਪਨਾ ਸੀ, ਪਰ ਮੇਰੇ ਸੁਪਨੇ ਨੂੰ ਐਸਾ ਪੱਥਰ ਵੱਜਾ ਕਿ ਮੇਰਾ ਸੁਪਨਾ ਚੂਰ-ਚੂਰ ਹੋ ਗਿਆ। ਤੁਹਾਡੇ ਸੁਪਨੇ ਨੂੰ ਪੱਥਰ ਤੁਹਾਡੀਆਂ ਪਹਿਲੀਆਂ ਚੌਹਾਂ ਰਾਣੀਆਂ ਨੇ ਮਾਰਿਆ, ਪਰ ਫਿਰ ਵੀ ਤੁਹਾਡਾ ਸੁਪਨਾ ਉਹ ਚੂਰ-ਚੂਰ ਨਹੀਂ ਕਰ ਸਕੀਆਂ। ਤੁਸੀਂ ਮਾਲੀ ਦੀ ਬੇਟੀ ਨੂੰ ਆਪਣੀ ਰਾਣੀ ਬਣਾਇਆ ਸੀ ਨਾ, ਜੋ ਅੱਜ-ਕੱਲ੍ਹ ਤੁਹਾਡੇ ਨੌਕਰਾਂ ਦੇ ਨਾਲ ਇੱਕ ਨੌਕਰਾਣੀ ਬਣ ਕੇ ਗੁਜ਼ਾਰਾ ਕਰ ਰਹੀ ਹੈ। ਉਸਨੇ ਸੱਚਮੁੱਚ ਮੱਥੇ ਉੱਤੇ ਚੰਨ ਅਤੇ ਠੋਡੀ ਉੱਤੇ ਤਾਰੇ ਵਾਲੇ ਬੱਚੇ ਨੂੰ ਜਨਮ ਦਿੱਤਾ ਸੀ। ਇਹ 16 ਆਨੇ ਸੱਚ ਹੈ ਕਿ ਮਾਲੀ ਦੀ ਧੀ ਮੇਰੀ ਮਾਂ ਹੈ ਤੇ ਤੁਸੀਂ ਮੇਰੇ ਪਿਤਾ। ਇਹਨਾਂ ਨੇ ਤੁਹਾਡਾ ਸਾਕਾ ਵਫਾਦਾਰ ਕੁੱਤਾ ਮਰਵਾਇਆ ਮੈਨੂੰ ਮਰਵਾਉਣ ਲਈ। ਪੁੱਛੋ ਉਸ ਦਾਈ ਨੂੰ ਜੇ ਹਾਲੇ ਤੱਕ ਜਿਉਂਦੀ ਹੈ, ਤਾਂ ਜੋ ਇਹਨਾਂ ਦੇ ਕਹਿਣ ਤੇ ਮੇਰੀ ਮਾਂ ਦੇ ਨਾਲ ਮੇਰੀ ਜਗ੍ਹਾ ਪੱਥਰ ਰੱਖ ਕੇ ਮੈਨੂੰ ਸੰਦੂਕ ਵਿੱਚ ਪਾ ਕੇ ਜੰਗਲ ਵਿੱਚ ਛੱਡ ਆਈ ਸੀ। ਹੌਲੀ-ਹੌਲੀ ਜਦੋਂ ਸਾਰੀਆਂ ਗੱਲਾਂ ਖੁੱਲੀਆਂ ਤਾਂ ਉਸਨੇ ਸਭ ਕੁਝ ਭੁੱਲ ਕੇ ਕਦੋਂ ਦੇ ਵਿਛੜੇ ਅਤੇ ਕਿੰਨੇ ਕਸ਼ਟਾਂ ਵਿੱਚੋਂ ਲੰਘੇ ਪੁੱਤਰ ਨੂੰ ਗੱਲ ਨਾਲ ਲਾਇਆ। ਆਪਣੀ ਪਤਨੀ ਉਸ ਰਾਜਕੁਮਾਰ ਦੀ ਮਾਂ ਤੋਂ ਹੱਥ ਜੋੜ ਕੇ ਮੁਆਫੀ ਮੰਗੀ ਅਤੇ ਚੌਹਾਂ ਰਾਣੀਆਂ ਨੂੰ ਮਾਰ ਦੇਣ ਦਾ ਹੁਕਮ ਦੇਣ ਹੀ ਲੱਗਾ ਸੀ ਕਿ ਸਭ ਤੋਂ ਨਿੱਕੀ ਰਾਣੀ ਨੇ ਰਾਜੇ ਦੇ ਪੈਰੀ ਪੈ ਕੇ ਉਹਨਾਂ ਨੂੰ ਮਾਫ ਕਰ ਦੇਣ ਲਈ ਤਰਲੇ ਲਏ। ਇਹ ਵੇਖ ਕੇ ਰਾਣੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਅੱਗੇ ਤੋਂ ਸਾਰੇ ਪਿਆਰ ਨਾਲ ਮਹਿਲਾਂ ਵਿੱਚ ਰਹਿਣ ਲੱਗੇ। ਧੰਨਵਾਦ।